दैनिक सवेरा टीवी च तुहाडा स्वागत है ते मैं हरमनजीत कौर। अज दा मुद्दा प्रोग्राम दे विच अज असीं चुनिया जोशी मठ दा मुद्दा। दस दिए कि चार धाम दी यात्रा शुरू होने वाली है ते अजिहे दे विच जो जोशी मठ दे हालात है बद तो बदतर बने हुए ने। जो मकान है उन्हां दे विच वड्डियां वड्डियां तरेड़ां आईयां होईयां ने, सड़कां दे विच टोए पए होए ने, जिस नूं लैके श्रद्धालु भी काफ़ी ज़्यादा चिंतत ने कि अजिहे दे विच जो यात्रा है वो संभव किवें है। इस पूरे मुद्दे दे उत्ते गलबात करन लई मेरे नाल इत्थे मौजूद ने साडे सीनियर सहयोगी विनय राणा जी, जिन्हां दे नाल इस बारे च गल करांगे। दस दिए कि ये पहला उत्थे जाके भी आए आ जोशी मठ दे विच जदों हालात विगड़े होए सन तां इन्हां ने उत्थों स्पैशल कवरेज कीती है। उत्थों दे हालातां दे बारे च चंगी तरह जाणू इन्हां दे कोल जानण दी कोशिश करदे हां। सर, जोशी मठ ते जिहड़ा हैगा मुख द्वार मन्निया जांदा है जी, यात्रा लई, ते जिद्दां दे उत्थे हालात बने होए आ ते अजिहे दे विच यात्रा किवें संभव है? बिल्कुल देखो ये चार धाम ਦੀ ਯਾਤਰਾ ਦਾ ਬਹੁਤ ਜ਼ਿਆਦਾ ਜਿਹੜਾ ਹੈ ਨਾ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ ਹੂੰ, ਸ਼ਰਧਾਲੂਆਂ ਨੂੰ, ਖਾਸ ਕਰਕੇ ਜਿਨ੍ਹਾਂ ਨੇ ਚਾਰ ਧਾਮ ਦੀ ਯਾਤਰਾ ਦੀ ਪਹਿਲਾਂ ਹੀ ਜਿਹੜੀ ਹੈ ਪਲੈਨਿੰਗ ਕੀਤੀ ਹੁੰਦੀ ਜਾਂ ਜਿਨ੍ਹਾਂ ਨੂੰ ਸੁੱਖੀ ਹੁੰਦੀ ਕਿ ਚਾਰ ਧਾਮ ਦੀ ਯਾਤਰਾ। ਹਾਲਾਂਕਿ ਚਾਰ ਧਾਮ ਦੀ ਯਾਤਰਾ ਜ਼ਿਆਦਾਤਰ ਹੂੰ, ਵੱਡੀ ਉਮਰ ਦੇ ਲੋਕ ਹੀ ਕਰਦੇ ਹੈ, ਜੀ, ਇਹ ਦੇਖਿਆ ਗਿਆ ਹੈ। ਤੇ 22 ਅਪ੍ਰੈਲ ਤੋਂ ਇਹ ਯਾਤਰਾ ਸ਼ੁਰੂ ਹੋ ਰਹੀ ਹੈ ਔਰ ਯਾਤਰਾ ਸਭ ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਉੱਤਰਾਖੰਡ ਦੇ ਚਾਰ ਧਾਮ ਨੇ ਜਿੱਥੇ ਇਹ ਯਾਤਰਾ ਹੋਣੀ ਹੁੰਦੀ ਹੈ ਔਰ ਜੀ, ਉੱਤਰਾਖੰਡ 'ਚ ਹੀ ਜੋਸ਼ੀ ਮੱਠ ਨੂੰ ਬਦਰੀਨਾਥ ਦਾ ਦੁਆਰ ਮੰਨਿਆ ਜਾਂਦਾ ਹੈ। ਹੂੰ, ਕਿਉਂਕਿ ਜੇ ਤੁਸੀਂ ਬਦਰੀਨਾਥ ਜਾਣਾ ਤੇ ਜੋਸ਼ੀ ਮੱਠ ਹੋ ਕੇ ਹੀ ਜਾਣਾ ਪੈਣਾ। ਔਰ ਜੋਸ਼ੀ ਮੱਠ ਇੱਕ ਅਜਿਹਾ ਛੋਟਾ ਜਿਹਾ ਸ਼ਹਿਰ ਹੈ, ਯਾਨੀ ਇਹ ਚਮੋਲੀ ਜਿਹੜਾ ਡਿਸਟ੍ਰਿਕਟ ਹੈਗਾ ਹੂੰ, ਉਹਦਾ ਇੱਕ ਕਸਬਾ ਹੈ, ਛੋਟਾ ਜਿਹਾ ਕਸਬਾ ਹੈ। ਹੂੰ, ਔਰ ਲੇਕਿਨ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਇੱਕ ਤਿਰਛੀ ਪਹਾੜੀ ਤੇ ਵਸਿਆ ਹੋਇਆ ਔਰ ਹੈ ਵੀ ਹੂੰ, ਇਦਾਂ ਦਾ, ਕਿਉਂਕਿ ਮੈਂ ਜਦੋਂ ਉੱਥੇ ਜਾ ਕੇ ਆਇਆ ਤਾਂ ਉੱਥੇ ਇਹ ਨਹੀਂ ਹੈਗਾ ਕਿ ਕਿਤੇ ਵੀ ਤੁਸੀਂ ਜਾਓਗੇ, ਕਿਤੇ ਵੀ ਤੁਸੀਂ ਗੱਡੀ ਲਾਓਗੇ ਤਾਂ ਸਿੱਧੀ ਲੱਗ ਜਾਊਗੀ, ਬਿਲਕੁਲ ਸਿੱਧੀ, ਜਿੱਦਾਂ ਆਮ ਆਪਾਂ ਪਲੇਨ ਇਲਾਕਿਆਂ ਦੇ ਵਿੱਚ ਗੱਡੀ ਲਾਉਂਦੇ ਆ। ਲੇਕਿਨ ਉੱਥੇ ਜੇ ਤੁਸੀਂ ਗੱਡੀ ਪਹਿਲਾਂ ਤਾਂ ਗੱਲ ਉੱਥੇ ਚਲਾਉਣੀ ਬਹੁਤ ਕੇਅਰਫੁਲੀ ਪੈਂਦੀ ਆ। ਬਹੁਤ ਭੀੜੀਆਂ ਸੜਕਾਂ ਨੇ ਔਰ ਬਹੁਤ ਜ਼ਿਆਦਾ ਟੇਢੇ ਮੇਢੇ ਰਾਹ ਨੇ ਔਰ ਇੱਕ ਪਾਸੇ ਤਕਰੀਬਨ ਉੱਠੀ ਰਹਿੰਦੀ ਹੈ ਸੜਕ ਤੇ ਦੂਜੇ ਪਾਸੇ ਹੂੰ, ਨੀਵੀਂ ਹੁੰਦੀ ਹੈ। ਇਹ ਜੋਸ਼ੀ ਮੱਠ 'ਚ ਜਿਹੜਾ ਮੈਂ ਦੇਖਿਆ, ਖਾਸ ਕਰਕੇ ਜੋਸ਼ੀ ਮੱਠ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲੀ। ਜਦੋਂ ਅਸੀਂ ਉੱਥੇ ਗਏ ਆ, ਇਹ ਹੈਗੀ ਗੱਲ ਜਨਵਰੀ ਦੇ ਮਹੀਨੇ ਦੀ, ਜੀ, 14 ਤਰੀਕ 15 ਨੂੰ ਅਸੀਂ ਉੱਥੇ ਸੀਗੇ। ਤੇ ਉਦੋਂ ਕੀ ਸੀਗਾ ਕਿ ਉਦੋਂ ਰੌਲਾ ਪਿਆ ਸੀ, ਪਹਿਲੀ ਜਿਹੜੀ ਤਰੇੜ ਦੇਖੀ ਗਈ ਸੀਗੀ ਮਕਾਨ ਦੇ ਵਿੱਚ ਔਰ ਪਹਿਲੀ ਜਿਹੜੀ ਸੜਕ ਤੇ ਤਰੇੜ ਦੇਖੀ ਗਈ ਸੀ ਉਹ 2 ਜਨਵਰੀ ਦੀ ਗੱਲ ਹੈ। ਹੂੰ, 2 ਜਨਵਰੀ 'ਚ ਉੱਥੇ ਕਾਫੀ ਰੌਲਾ ਪਿਆ। ਜੋਸ਼ੀ ਮੱਠ ਬਚਾਓ ਇੱਕ ਸੰਸਥਾ ਬਣੀ ਤੇ ਹੂੰ, ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ। ਜਿਹੜੇ ਉੱਥੇ ਦਾ ਪ੍ਰਸ਼ਾਸਨ ਹੈ, ਲੋਕਲ ਪ੍ਰਸ਼ਾਸਨ ਨਾਲ ਕਾਫੀ ਇਸ ਗੱਲ ਨੂੰ ਲੈ ਕੇ ਜਦੋਜਹਿਦ ਪ੍ਰਸ਼ਾਸਨ ਨੂੰ ਵੀ ਕਰਨੀ ਪਈ। 2 ਹੋਟਲ ਜਿਹੜੇ ਸੀਗੇ ਐਕਚੁਅਲੀ ਜਿਹੜਾ ਪ੍ਰਸ਼ਾਸਨ ਦਾ ਇਹ ਮੰਨਣਾ ਆ ਕਿ ਲਗਾਤਾਰ 100 ਦੇ ਕਰੀਬ ਹੋਟਲ ਨੇ ਉੱਥੇ ਜੀ, ਜੋਸ਼ੀ ਮੱਠ ਦੇ ਵਿੱਚ ਹੀ ਔਰ ਜੋਸ਼ੀ ਮੱਠ ਦੇ ਨੇੜੇ ਤੇੜੇ। ਹੂੰ, ਤੇ ਇਹ ਮੰਨਿਆ ਜਾਂਦਾ ਕਿ ਜਿਵੇਂ ਜਿਵੇਂ ਜੋਸ਼ੀ ਮੱਠ ਦੇ ਵਿੱਚ ਭਾਰ ਵੱਧ ਰਿਹਾ, ਹੂੰ, ਕੰਸਟਰਕਸ਼ਨ ਦਾ ਭਾਰ ਵੱਧ ਰਿਹਾ, ਬਿਲਡਿੰਗਾਂ ਦਾ ਭਾਰ ਵੱਧ ਰਿਹਾ ਔਰ ਕੰਕਰੀਟ ਦਾ ਭਾਰ ਜਿਹਨੂੰ ਆਪਾਂ ਕਹਿੰਦੇ ਵੱਧ ਰਿਹਾ, ਉਵੇਂ ਉਹਦਾ ਅਸਰ ਹੈ ਇਹ। ਜਦਕਿ ਲੋਕ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਇਹ ਇਸ ਦਾ ਅਸਰ ਹੈ। ਅਸੀਂ ਇਸ ਵੇਲੇ ਮਨੋਹਰ ਬਾਗ ਦੀ ਉਸ ਗਲੀ ਦੇ ਵਿੱਚ ਹਾਂ ਜਿਸ ਗਲੀ ਦੇ ਦੋਨੋਂ ਪਾਸਿਆਂ ਦੇ ਮਕਾਨਾਂ ਦੇ ਉੱਪਰ ਰੈੱਡ ਕਰਾਸ ਦੇ ਨਿਸ਼ਾਨ ਲਗਾ ਦਿੱਤੇ ਗਏ ਹੈ ਤੇ ਉਹਨਾਂ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ। ਇਹ ਕ੍ਰਾਸ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ, ਇਹ ਉਹਨਾਂ ਮਕਾਨਾਂ ਤੇ ਲਾਏ ਗਏ ਹੈ ਜਿਹੜੇ ਮਕਾਨ ਕਿਸੇ ਵੀ ਵੇਲੇ ਢਹਿ ਸਕਦੇ ਨੇ। ਉੱਥੇ ਦਰਅਸਲ ਇੱਕ NTCP ਦਾ ਪ੍ਰੋਜੈਕਟ ਚੱਲ ਰਿਹਾ ਵਾ ਬਿਜਲੀ ਦਾ, ਹੂੰ, ਤੇ ਉਹਦੇ 'ਚ ਉਹ ਕੀ ਕਰ ਰਹੇ ਹੈ ਕਿ ਇੱਕ ਵੱਡਾ ਡੈਮ ਬਣਾਉਣ ਜਾ ਰਹੇ ਆ ਹੂੰ, ਜਿਹਦੇ 'ਚ ਇੱਕ ਸੁਰੰਗ ਬਣਾਈ ਜਾ ਰਹੀ ਹੈ। ਹੂੰ, ਤਕਰੀਬਨ 5-6 ਕਿਲੋਮੀਟਰ ਦੀ ਸੁਰੰਗ ਹੈਗੀ ਹੈ ਔਰ ਉਹ ਪਹਾੜੀ ਤੋਂ ਕੱਟ ਕੇ ਥੱਲੇ ਆਉਂਦੀ ਜਿੱਥੋਂ ਉਹਨਾਂ ਨੇ ਪਾਣੀ ਨੂੰ ਗੁਜ਼ਾਰਨਾ ਆ ਉੱਥੇ। ਹੂੰ, ਉਸ ਦੇ ਲੋਕਾਂ ਦਾ ਇਹ ਕਹਿਣਾ ਕਿ ਜਦੋਂ ਦੀ ਉਹ ਸੁਰੰਗ ਬਣਨੀ ਸ਼ੁਰੂ ਹੋਈ ਹੈ ਉਦੋਂ ਦਾ ਹੀ ਇਹ ਜੋਸ਼ੀ ਮੱਠ ਜਿਹੜਾ ਆ ਉਹ ਮੁਸ਼ਕਿਲ ਦੇ ਵਿੱਚ ਆਇਆ। ਪ੍ਰਸ਼ਾਸਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ। ਪ੍ਰਸ਼ਾਸਨ ਕਹਿੰਦਾ ਕਿ ਇਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਦਰਅਸਲ ਜਿਹੜੇ ਹੋਟਲਾਂ ਦੀ ਪਰਮਿਸ਼ਨ ਮਿਲੀ ਹੈ, ਹੋਟਲ 100-150 ਹੋਟਲ ਜਿਹੜੇ ਉੱਥੇ ਹੋ ਗਏ ਆ, ਉਹਦੇ ਨਾਲ ਕੀ ਹੋਇਆ ਕਿ ਭਾਰ ਵਧਿਆ, ਕੰਸਟਰਕਸ਼ਨ ਦਾ ਭਾਰ ਵਧਿਆ, ਜਿਹਦੇ ਕਰਕੇ ਉਹ ਪਹਾੜੀ ਤੇ ਟੇਢੀ ਪਹਾੜੀ ਤੇ ਵਸਿਆ ਹੋਇਆ ਜੋਸ਼ੀ ਮੱਠ ਹੈਗਾ, ਉੱਥੇ ਇਹ ਮੁਸੀਬਤ ਜਿਹੜੀ ਆਈ ਹੈ। ਇਹ ਤੁਸੀਂ ਉੱਪਰ ਦੇਖ ਸਕਦੇ ਹੋ, ਇਹ ਸਾਰੇ ਘਰ ਨੇ, ਇਹ ਤਕਰੀਬਨ 100 ਘਰ ਦੱਸੇ ਜਾ ਰਹੇ ਹੈ ਜਿਹੜੇ ਇਸ
ਦਰਾਰਾਂ ਤੋਂ ਇਸ ਆਪਦਾ ਤੋਂ ਜਿਹੜੇ ਇਹ ਪ੍ਰਭਾਵਿਤ ਨੇ ਤੇ ਇਹ ਖਾਲੀ ਕਰਵਾਤੇ ਗਏ ਲੋਕੀ ਤੇ ਸਭ सर आप ये पूरा घर आप कवर कर लीजिए क्योंकि कल मुझे नहीं लगता कि ये घर ऐसे दिखेगा। कल हमें खुद हमें ही अपने घर को जो है प्रूफ देना पड़ेगा कि भैया देखो इतना बड़ा घर था हमारा। ਤੇ ਹੁਣ ਗੱਲ ਤੁਸੀਂ ਕੀਤੀ ਸੀ ਕਿ ਚਾਰ ਧਾਮ ਯਾਤਰਾ ਦੀ, ਚਾਰ ਧਾਮ ਯਾਤਰਾ 22 ਤਰੀਕ ਤੋਂ ਸ਼ੁਰੂ ਹੋਣ ਵਾਲੀ ਹੈ ਜੀ ਤੇ ਪਿਛਲੀ ਵਾਰੀ ਤਕਰੀਬਨ 42 ਲੱਖ ਦੇ ਕਰੀਬ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਨੇ ਇਹ ਯਾਤਰਾ ਕੀਤੀ ਸੀ ਜੀ ਤੇ ਐਤਕੀ ਯਾਤਰਾ ਜਦੋਂ ਸ਼ੁਰੂ ਹੋਣੀ ਹੈ ਤਾਂ ਉਦੋਂ ਇਹ ਜਿਹੜਾ ਆ ਰੌਲਾ ਪਿਆ ਹੋਇਆ ਕਿਉਂਕਿ ਇਸ ਵਾਰ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਹੈਗੇ ਆ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਹੈ ਨਾ ਤੇ ਹੁਣ ਤੱਕ 1.5 ਤੋਂ 1.5 ਲੱਖ ਲੋਕਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕਰਵਾ ਲਈ ਹੈ ਜੋਸ਼ੀ ਚਾਰ ਧਾਮ ਦੀ ਯਾਤਰਾ ਦੀ। ਚਾਰ ਧਾਮ ਦੀ ਯਾਤਰਾ 'ਚ ਕੇਦਾਰਨਾਥ, ਬਦਰੀਨਾਥ, ਯਮਨੋਤਰੀ ਤੇ ਗੰਗੋਤਰੀ ਇਹ ਇੱਥੇ ਲੋਕਾਂ ਨੇ ਜਾਣਾ ਹੁੰਦਾ। ਹਾਲਾਂਕਿ ਯਮਨੋਤਰੀ ਤੇ ਗੰਗੋਤਰੀ ਬੇਸ਼ੱਕ ਤੁਸੀਂ ਉਧਰ ਦੀ ਹੋ ਕੇ ਨਾ ਜਾਓ ਲੇਕਿਨ ਜਿਹੜਾ ਬਦਰੀਨਾਥ ਹੈ ਉਹ ਤੁਹਾਨੂੰ ਜੋਸ਼ੀਮਠ ਹੋ ਕੇ ਹੀ ਜਾਣਾ ਪੈਣਾ ਹੈ ਕਿਉਂਕਿ ਰੂਟ ਹੀ ਉਹੀ ਹੈ। ਉਹੀ ਹੈ ਨਾ ਕਿ ਇੰਨਾ ਜ਼ਿਆਦਾ ਉੱਥੋਂ ਦੇ ਹਾਲਾਤ ਖਰਾਬ ਹੈਗੇ ਆ, 1.5 ਮਹੀਨੇ ਦਾ ਘੱਟੋ ਘੱਟ ਸਮਾਂ ਰਹਿ ਗਿਆ ਤੇ ਕਿਵੇਂ ਹੋ ਸਕਦੀ ਹੈ ਯਾਤਰਾ, ਫਿਰ ਕਿੰਨਾ ਕਸਰ ਹੋਏਗਾ ਯਾਤਰਾ ਤੇ ਇਸ ਚੀਜ਼ ਦਾ? ਦੇਖੋ ਜੇ ਤਾਂ ਲੋਕੀ ਖਬਰਾਂ ਤੇ ਜਾਣਗੇ ਦੇਖੋ ਹਰ ਬੰਦੇ ਨੂੰ ਕਿਉਂਕਿ ਪਹਿਲਾਂ ਇਹ ਹੋ ਚੁੱਕਿਆ ਹੈ ਇੱਕ ਵਾਰ ਉੱਤਰਾਖੰਡ ਦੇ ਵਿੱਚ ਤੁਸੀਂ ਦੇਖਿਆ ਹੋਣਾ 2013-14 ਦੇ ਵਿੱਚ ਜਦੋਂ ਉੱਥੇ ਹੜ੍ਹ ਆਏ ਸੀਗੇ ਤੇ ਬਹੁਤ ਜ਼ਿਆਦਾ ਜਿਹੜੀ ਆਪਦਾ ਖਤਰਨਾਕ ਆਪਦਾ ਸੀਗੀ ਉਹ ਲੋਕੀ ਅੱਜ ਤੱਕ ਜਦੋਂ ਜੇ ਸੋਚਦਾ ਹੈ ਬੰਦਾ ਕੋਈ ਤੇ ਉਹਦੀ ਰੂਹ ਕੰਬ ਜਾਂਦੀ ਹੈ। ਜੀ ਬਿਲਕੁਲ। ਤੇ ਜ਼ਾਹਿਰ ਹੈ ਕਿ ਇਹ ਵੀ ਜੇ ਜੋੜ ਕੇ ਦੇਖਿਆ ਜਾਵੇ ਕਿ ਜੇ ਖਤਰਨਾਕ ਕਦੀ ਕੁਦਰਤ ਨੂੰ ਜੇ ਪ੍ਰਕੋਪ ਆ ਗਿਆ ਉਦੋਂ ਵੀ ਕੁਦਰਤ ਦਾ ਹੀ ਪ੍ਰਕੋਪ ਸੀਗਾ ਤੇ ਜੇ ਕੁਦਰਤ ਦਾ ਪ੍ਰਕੋਪ ਆ ਗਿਆ ਤੇ ਫਿਰ ਕਿਸੇ ਨੂੰ ਕੋਈ ਨਹੀਂ ਬਚਾ ਸਕਦਾ ਚਾਹੇ ਉੱਥੇ ਸੜਕ ਤੇ ਇੱਕ ਵੀ ਟੋਇਆ ਨਾ ਹੋਵੇ। ਹੁਣ ਇਹ ਹੈ ਕਿ ਟੋਇਆ ਦੱਸਿਆ ਜਾ ਰਿਹਾ ਕਿ ਜਿਹੜਾ ਬਦਰੀਨਾਥ ਹਾਈਵੇ ਆ ਉਹਦੇ ਤੇ ਹੀ 10 ਫੁੱਟ ਦਾ ਟੋਇਆ ਪੈ ਗਿਆ। 10 ਫੁੱਟ ਚੌੜਾ ਨਹੀਂ ਹੈਗਾ, ਉਹ 10 ਫੁੱਟ ਜਿਵੇਂ ਤੁਸੀਂ ਕਿਹਾ ਉੱਤਰਾਖੰਡ ਦੀ ਉਸ ਟਾਈਮ ਤੇ ਇਹ ਸੀ ਨਾ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕੁਝ ਹੋ ਸਕਦਾ ਪਰ ਹੁਣ ਤਾਂ ਇੱਕ ਲੋਕਾਂ ਦੇ ਮਨ ਦੇ ਵਿੱਚ ਡਰ ਕਹਿ ਲੋ ਸਹਿਮ ਬਣਿਆ ਹੋਇਆ ਕਿ ਉੱਥੋਂ ਦਾ ਰਸਤਾ ਤਾਂ ਖਰਾਬ ਹੈ ਵੀ ਉਸ ਸਾਈਡ ਦੀ ਜਾਣਾ ਮੁੱਲ ਦੀ ਮੁਸ਼ਕਲ ਲੈਣ ਵਾਲੀ ਗੱਲ ਹੈ ਤੇ ਫਿਰ ਇਹਦਾ ਅਸਰ ਕਿਦਾਂ ਦਾ ਰਹੇਗਾ? 26 ਫਰਵਰੀ ਨੂੰ ਦੱਸਿਆ ਜਾ ਰਿਹਾ ਕਿ ਜਿਹੜਾ ਬਦਰੀਨਾਥ ਨੈਸ਼ਨਲ ਹਾਈਵੇ ਹੈ ਨਾ ਉੱਥੇ ਭੁਸ ਵਡਿਆਰ ਹੈ ਜਗ੍ਹਾ, ਭੁਸ ਚੜਿਆਰ ਇੱਕ ਜਗ੍ਹਾ ਹੈਗੀ ਹੈ ਉੱਥੇ ਕਹਿੰਦੇ ਪਹਾੜੀ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਕਿਉਂਕਿ ਮੈਂ ਜਦੋਂ ਅਸੀਂ ਉੱਥੇ ਗਏ ਆ ਪਹਿਲਾਂ ਤਾਂ ਗੱਲ ਹੈ ਕਿ ਉੱਥੇ ਸੜਕਾਂ ਬਹੁਤ ਘੱਟ ਜਿਹੜੀਆਂ ਉਹ ਬਿਲਕੁਲ ਪਲੇਨ ਹੈਗੀਆਂ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਸੜਕਾਂ ਉੱਥੇ ਤਕਰੀਬਨ ਉਬੜ ਖੈਬੜ ਟੇਡੀਆਂ ਮੇਡੀਆਂ ਹੈਗੀਆਂ ਜਾਂ ਤੁਸੀਂ ਜੇ ਮੇਨ ਰੋਡ ਨੂੰ ਛੱਡ ਦਿਓ ਤਾਂ ਜਦੋਂ ਤੁਸੀਂ ਬ੍ਰਾਂਚ ਰੋਡ ਤੇ ਆ ਜਾਂਦੇ ਹੋ ਕਿਸੇ ਵੀ ਸ਼ਹਿਰ ਦੇ ਵਿੱਚ ਵੜਨ ਲੱਗਦੇ ਹੋ ਜਾਂ ਕਿਸੇ ਕਸਬੇ ਦੇ ਵਿੱਚ ਵੜਨ ਲੱਗਦੇ ਹੋ ਤੇ ਉਹ ਸੜਕਾਂ ਇੰਨੀਆਂ ਕੁ ਤੰਗ ਹੋ ਜਾਂਦੀਆਂ ਕਿ ਉਹ ਸੜਕਾਂ ਮਤਲਬ ਗੱਡੀ ਜੇ ਚੱਲਦੀ ਹੈ ਤੇ ਪੈਦਲ ਵਾਲੇ ਯਾਤਰੀ ਜਿਹੜੇ ਹੈਗੇ ਆ ਉਹਨਾਂ ਨੂੰ ਬੜਾ ਬਚ ਕੇ ਚੱਲਣਾ ਪੈਂਦਾ ਹੈ ਕਿਉਂਕਿ ਬਿਲਕੁਲ ਉਨੀ ਕੁ ਜਗ੍ਹਾ ਸਾਈਡਾਂ ਤੇ ਹੋਣਾ, ਇੱਕ ਪਾਸੇ ਡੂੰਗੀ ਖਾਈ ਹੈ ਤੇ ਦੂਜੇ ਪਾਸੇ ਪਥਰੀਲੇ ਪਹਾੜ ਨੇ। ਜੇ ਤੁਸੀਂ ਪਹਾੜ ਵੱਲ ਹੁੰਦੇ ਹੋ ਜੇ ਗੱਡੀ ਤੁਹਾਨੂੰ ਜ਼ਿਆਦਾ ਟਾਈਟ ਕਰ ਦਿੰਦੀ ਤੁਸੀਂ ਪਹਾੜ 'ਚ ਵੱਜ ਜਾਓਗੇ। ਇਹ ਥੋੜ੍ਹਾ ਜਿਹਾ ਹੈਗਾ ਔਰ ਉੱਪਰੋਂ ਜਦੋਂ ਇਸ ਤਰ੍ਹਾਂ ਦਾ ਕੋਈ ਜਿਹੜੀ ਗੱਲ ਕੀਤੀ ਜਾ ਰਹੀ ਕਿਉਂਕਿ ਜਦੋਂ ਅਸੀਂ ਉੱਥੇ ਗਏ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਕੰਸਟਰਕਸ਼ਨ ਨੂੰ ਜਿਹੜਾ ਆ ਉਹ ਮਨਾ ਕੀਤਾ ਹੋਇਆ, ਇਸ ਦੇ ਬਾਵਜੂਦ ਕੰਸਟਰਕਸ਼ਨ ਜਿਹੜੀ ਆ ਉਹ ਹਟ ਨਹੀਂ ਰਹੀ। ਸੜਕਾਂ ਨੂੰ ਚੌੜੇ ਕੀਤਾ ਜਾ ਰਿਹਾ ਔਰ ਉਦੋਂ ਮੈਂ ਦੇਖਿਆ ਵੀ ਸੀਗਾ ਕਿ ਜਿਹੜਾ ਹਾਈਵੇ ਨੂੰ ਡਬਲ ਕਰਨ ਦਾ ਨਾ ਜਿਹੜਾ ਹੈਗਾ ਵਨ ਵੇ ਕਰਨ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਸੀਗਾ ਔਰ ਉਹ ਜਿਹੜੇ ਹੈਗੇ ਆ ਜਿਹਨੂੰ ਆਪਾਂ ਕਹਿੰਦੇ ਆ ਸਟੋਨ ਕਟਰ ਜਿਹੜੇ ਹੈਗੇ ਆ ਉਹ ਵੱਡੇ ਸਟੋਨ ਕਟਰ ਜਿਹੜੇ ਉਹ ਪਹਾੜੀਆਂ ਕੱਟਣ ਨੂੰ ਲੱਗੇ ਹੋਏ ਸੀਗੇ। ਉਸ ਦੌਰਾਨ ਪ੍ਰਸ਼ਾਸਨ ਨੇ ਕੁਝ ਦਿਨ ਵਾਸਤੇ 10 ਕੁ ਦਿਨਾਂ ਵਾਸਤੇ ਕਹਿੰਦੇ ਸੀ ਉਹ ਕੰਮ ਜਿਹੜਾ ਹੈ ਉਹ ਬੰਦ ਕਰਤਾ ਕਿਉਂਕਿ ਜਦੋਂ ਅਸੀਂ ਗਏ ਉਦੋਂ ਚੱਲ ਰਿਹਾ ਸੀਗਾ ਤੇ ਜਦੋਂ ਅਸੀਂ ਵਾਪਸੀ ਹੋਏ ਆ 3-4 ਦਿਨ ਬਾਅਦ ਵਾਪਸੀ ਸਾਡੀ ਹੋਈ ਹੈ ਤੇ ਉਦੋਂ ਰਾਹ ਦੇ ਵਿੱਚ ਉਹੀ ਮਸ਼ੀਨਾਂ ਬਿਲਕੁਲ ਪਹਾੜੀਆਂ ਦੇ ਨਾਲ ਲੱਗ ਕੇ ਰੁਕੀਆਂ ਹੋਈਆਂ ਖੜੀਆਂ ਹੋਈਆਂ ਸੀ। ਇਹਦਾ ਮਤਲਬ ਕਿ ਪ੍ਰਸ਼ਾਸਨ ਵੀ ਕਿਸੇ ਨਾ ਕਿਤੇ ਇਸ ਗੱਲ ਨੂੰ ਮੰਨਦਾ ਹੈ ਕਿ ਹਾਂ ਜੋਸ਼ੀਮਠ ਤੇ ਮੁਸੀਬਤ ਜਿਹੜੀ ਹੈ ਉਹ ਆ ਸਕਦੀ ਹੈ। ਤੇ ਹੁਣ ਰਹੀ ਹੈ ਗੱਲ ਕਿਉਂਕਿ ਜੋਸ਼ੀਮਠ 'ਚ ਜਿਹੜੇ ਰਹਿ ਰਹੇ ਆ ਉਹਨਾਂ ਲਈ ਤਾਂ ਯਾਤਰਾ ਹੀ ਸਭ ਕੁਝ ਹੈ। ਬਿਲਕੁਲ ਯਾਤਰਾ ਕਿਉਂਕਿ ਸਾਲ ਬਾਅਦ ਆਣੀ ਹੁੰਦੀ ਹੈ 30 ਤੋਂ 40 ਲੱਖ ਲੋਕ ਜਦੋਂ ਉੱਥੋਂ ਲੰਘਣੇ ਆ ਤੇ ਜ਼ਾਹਿਰ ਹੈ ਕਿ ਉੱਥੇ ਦੇ ਜਿਹੜਾ ਵਪਾਰ ਹੈ ਤਕਰੀਬਨ ਉਹ ਚਾਰ ਧਾਮ ਦੀ ਯਾਤਰਾ ਤੇ ਬਹੁਤ ਡਿਪੈਂਡੈਂਟ ਹੈ। ਠੀਕ ਹੈ, ਹਾਲਾਂਕਿ ਸਾਰਾ ਸਾਲ ਹੀ ਲੋਕੀ ਬਦਰੀਨਾਥ ਜਾਂਦੇ ਰਹਿੰਦੇ ਆ ਲੇਕਿਨ ਜਿਹੜਾ ਇਹ ਮੇਲੇ ਵਰਗਾ ਮਾਹੌਲ ਹੁੰਦਾ ਚਾਰ ਧਾਮ ਦੀ ਯਾਤਰਾ ਜਿਹੜਾ ਇਹ ਮੇਲੇ ਵਰਗਾ ਮਾਹੌਲ ਹੁੰਦਾ ਔਰ ਹੁਣ ਜਦੋਂ ਉਹ ਯਾਤਰਾ ਦਾ ਟਾਈਮ ਨੇੜੇ ਆ ਰਿਹਾ ਤੇ ਆਹ ਰੌਲਾ ਹੈਗਾ ਕਿ ਸੜਕਾਂ ਜਿਹੜੀਆਂ ਉਹ ਧੱਸਦੀਆਂ ਪਈਆਂ ਵਾ, ਸੜਕਾਂ 'ਤੇ ਚੌੜੇ ਪਾੜ ਪੈ ਰਹੇ ਆ
ਕਿਉਂਕਿ ਮਕਾਨ ਤਾਂ ਅਸੀਂ ਦੇਖ ਕੇ ਹੀ ਆਏ ਸੀਗੇ, ਮਕਾਨ ਔਰ ਜ਼ਮੀਨ ਜਿਹੜੇ ਹੈ ਨਾ, ਖੇਤ ਅਸੀਂ ਦੇਖ ਕੇ ਆਏ ਸੀਗੇ। ਹੂੰ ਖੇਤ ਦੇ ਤਕਰੀਬਨ 2-2 3-3 ਇੰਚ ਦੇ ਪਾੜ ਪੈ ਗਏ ਸੀਗੇ ਖੇਤਾਂ ਦੇ ਵਿੱਚ। ਹੂੰ ਬਿਲਕੁਲ ਐਂ ਲੱਗਦਾ ਜਿੱਦਾਂ ਮਿੱਟੀ ਵੱਖਰੀ ਵੱਖਰੀ ਹੋ ਗਈ ਹੈ। ਹੂੰ ਲੋਕਾਂ ਦੀ ਅਸੀਂ ਉਦੋਂ ਲੋਕਾਂ ਦੇ ਵਿਊ ਜਿਹੜੇ ਹੈਗੇ ਆ ਉਹ ਵੀ ਚਲਾਏ ਸੀਗੇ, ਤੇ ਮੈਂ ਖੁਦ ਵੀ ਜਾ ਕੇ ਉਸ ਸਪੌਟ ਤੇ ਆਇਆ ਸੀਗਾ। ਉੱਥੇ ਇੱਕ ਬੜਾ ਪੁਰਾਣਾ ਰੋਪਵੇ ਹੈ, ਹੂੰ ਜੋਸ਼ੀਮਠ ਦੇ ਵਿੱਚ ਹੀ ਹੈ, ਜੀ ਬੜਾ ਪੁਰਾਣਾ ਰੋਪਵੇ ਹੈ, ਉਹ ਕਦੀ ਬੰਦ ਨਹੀਂ ਹੋਇਆ ਹੂੰ ਅੱਜ ਤੱਕ। ਉਸ ਦੌਰਾਨ ਉਹ ਵੀ ਬੰਦ ਹੋ ਗਿਆ ਸੀਗਾ। ਜੋਸ਼ੀਮਠ ਦਾ ਮੁੱਦਾ ਪਿਛਲੇ ਤਕਰੀਬਨ 1 ਮਹੀਨੇ ਤੋਂ ਬੜਾ ਗਰਮਾਇਆ ਹੋਇਆ, ਲੇਕਿਨ 2 ਜਨਵਰੀ ਨੂੰ ਜਦੋਂ ਇੱਥੇ ਵੱਡੀਆਂ ਦਰਾਰਾਂ ਕਈ ਬਿਲਡਿੰਗਸ ਦੇ ਵਿੱਚ, ਕਈ ਹੋਟਲਾਂ ਦੇ ਵਿੱਚ, ਕਈ ਖੇਤਾਂ ਦੇ ਵਿੱਚ ਜਦੋਂ ਬਿਲਡਿੰਗ 'ਚ ਦਰਾਰਾਂ ਦੇਖੀਆਂ ਗਈਆਂ, ਤੇ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਹੋਰ ਵੀ ਪੱਕ ਗਿਆ। ਵਿਗਿਆਨਿਕਾਂ ਨੇ ਇਹ ਕਿਹਾ ਹੈ ਕਿ ਜੋਸ਼ੀਮਠ ਨੂੰ ਧੱਸਣ ਤੋਂ ਹੁਣ ਕੋਈ ਵੀ ਤਾਕਤ ਜਿਹੜੀ ਆ ਉਹ ਰੋਕ ਨਹੀਂ ਸਕਦੀ, ਕਿਉਂਕਿ ਉਹ ਕਹਿੰਦੇ ਸੀਗੇ ਕਿ ਉਹਦੇ ਜਿਹੜੇ ਪਿੱਲਰ ਹੁੰਦੇ ਜੇ ਰੋਪਵੇ ਚੱਲਦਾ, ਉਹਦੇ 'ਚ ਜਿਹੜਾ ਪਿੱਲਰ ਨੰਬਰ 1 2 ਤੇ 3 ਪਿੱਲਰਾਂ ਦੇ ਵਿੱਚ ਜਿਹੜੇ ਥੱਲੇ ਸੀ ਨਾ, ਜਿਹੜੇ ਜਿੱਥੇ ਉਹਨਾਂ ਦਾ ਬੇਸ ਸੀਗਾ, ਉੱਥੇ ਦਰਾਰਾਂ ਆਈਆਂ ਹੋਈਆਂ ਸੀਗੀਆਂ। ਹੂੰ ਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋਸ਼ੀਮਠ ਦੇ ਵਿੱਚ ਜਿਹੜੀ ਜੋਸ਼ੀਮਠ, ਇਹਨੂੰ ਦਰਕਣਾ ਕਹਿੰਦੇ ਸੀ ਉਹ। ਹੂੰ ਜੋਸ਼ੀਮਠ ਜਿਹੜਾ ਉਹ ਦਰਕ ਰਿਹਾ ਮਤਲਬ ਖਿਸਕ ਰਿਹਾ ਜਿਹਨੂੰ ਆਪਾਂ ਖਿਸਕ ਕਹਿੰਦੇ ਨੇ। ਹੂੰ ਤੇ ਉਹ ਜਦੋਂ ਅਸੀਂ ਉੱਥੇ ਗਏ ਹਾਂ, ਜਿਹੜੀ ਸੰਘਰਸ਼ ਕਮੇਟੀ ਸੀਗੀ, ਜੋਸ਼ੀਮਠ ਬਚਾਓ ਸੰਘਰਸ਼ ਸਮਿਤੀ ਜਿਹੜੀ ਸੀਗੀ, ਉਹ ਹੂੰ ਐਸਡੀਐਮ ਦਫ਼ਤਰ ਦੇ ਬਾਹਰ ਉਹਨਾਂ ਨੇ ਧਰਨਾ ਦਿੱਤਾ ਹੋਇਆ ਸੀਗਾ, ਤੇ ਹੁਣ ਵੀ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਆ। इसका समाधान भी ढूंढना पड़ेगा। हम 1-1.5 लाख रुपए लेने के लिए नहीं आए हुए हैं। हमको हमारा हक चाहिए, जो हमारा हक है वो हमको मिलना चाहिए, पर वो मिलेगा मांग करके, मांग के नहीं मिलेगा तो छीन के मिलेगा। पर ਉਦੋਂ ਕੀ ਹੋਇਆ ਸੀਗਾ ਕਿ ਕੁਝ ਪਰਿਵਾਰ ਐਸੇ ਸੀਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਵੱਡੀਆਂ ਦਰਾਰਾਂ ਆ ਗਈਆਂ ਸੀ, ਤਾਂ ਉਹਨਾਂ ਨੂੰ ਅਨਸੇਫ ਘੋਸ਼ਿਤ ਕਰਤਾ ਗਿਆ ਸੀਗਾ। ਤੇ ਉਹ ਘਰਾਂ ਦੇ ਲੋਕ ਜਿਹੜੇ ਹੈਗੇ ਆ, ਉਹ ਜਾ ਕੇ ਨਾ, ਜਾਂ ਤਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਹੋਟਲਾਂ 'ਚ ਠਹਿਰਾਇਆ ਸੀਗਾ, ਤੇ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਜੋਸ਼ੀਮਠ ਤੋਂ ਪਰੇ ਕਿਤੇ ਥੋੜਾ ਦੂਰ ਰਹਿੰਦੇ ਆ, ਉਹ ਉੱਥੇ ਜਾ ਕੇ ਠਹਿਰੇ ਹੋਏ ਸੀਗੇ। ਹੂੰ ਹੁਣ ਇਹ ਦਿਨ ਕਿਉਂਕਿ ਕਾਫੀ ਹੋ ਗਏ ਆ, ਮੈਂ 13 14 15 ਦਿਨ ਦੀ ਜਨਵਰੀ ਦੀ ਗੱਲ ਕਰ ਰਿਹਾ, ਤੇ ਹੁਣ ਫਰਵਰੀ ਦਾ ਮਹੀਨਾ ਖਤਮ ਹੋ ਗਿਆ ਤਕਰੀਬਨ, ਤੇ ਹੂੰ 26 ਤਰੀਕ ਨੂੰ ਜਿਹੜੀ ਆ ਪਾੜ ਪਿਆ, ਉਦੋਂ ਫਿਰ ਲੋਕਾਂ ਦੀ ਉਹੀ ਜਿਹੜਾ ਡਰ ਹੈ ਉਹ ਤਾਜ਼ਾ ਹੋ ਗਿਆ। ਹੂੰ ਹੁਣ ਲੋਕ ਕੀ ਕਰ ਰਹੇ ਆ, ਉਸ ਦੌਰਾਨ ਕੀ ਹੋਇਆ ਸੀਗਾ ਕਿ ਲੋਕ ਜਾਂ ਤਾਂ ਹੋਟਲਾਂ 'ਚ ਰਹਿ ਰਹੇ ਸੀ, ਤਾਂ ਜਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ, ਕੁਝ ਦਿਨ ਹੋਟਲਾਂ 'ਚ ਰਹਿ ਕੇ ਆਪਣੇ ਰਿਸ਼ਤੇਦਾਰ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਯਾਤਰਾ ਸ਼ੁਰੂ ਹੋਣੀ ਹੈ, ਹੂੰ ਤੇ ਯਾਤਰਾ ਸ਼ੁਰੂ ਜਦੋਂ ਐਡੇ ਵੱਡੇ ਲੈਵਲ ਤੇ ਜੇ 40-42 ਲੱਖ ਲੋਕਾਂ ਨੇ ਆਉਣਾ, ਕਿਉਂਕਿ 42 ਲੱਖ ਲੋਕ 2022 ਦੀ ਯਾਤਰਾ 'ਚ ਆਏ ਸੀਗੇ। 23 ਦੀ ਯਾਤਰਾ ਜਿਹੜੀ ਹੈਗੀ ਹੈ, ਜੇ ਇਹਦੇ 'ਚ ਮੰਨ ਲਓ ਕਿ ਬਹੁਤ ਜ਼ਿਆਦਾ ਡਰ ਵੀ ਲੋਕਾਂ 'ਚ ਆ ਜਾਂਦਾ ਹੈ, ਤੇ ਇਹ ਮੰਨਿਆ ਜਾ ਰਿਹਾ ਹੈ ਕਿ 40 ਲੱਖ ਦੇ ਕਰੀਬ ਲੋਕ ਤਾਂ ਫਿਰ ਵੀ ਆਉਣਗੇ। ਤੇ ਜੇ 40 ਲੱਖ ਲੋਕ ਆਉਣਗੇ, ਤਾਂ ਜਿਹੜੇ ਹੋਟਲ ਹੈਗੇ ਉੱਥੇ, ਹੂੰ ਉਹ ਹੋਟਲ ਪਹਿਲਾਂ ਹੀ ਬਿਜ਼ੀ ਨੇ। ਹੂੰ ਉੱਥੇ ਦੇ ਲੋਕਾਂ ਨੂੰ ਉੱਥੇ ਪ੍ਰਸ਼ਾਸਨ ਨੇ ਠਹਿਰਾਇਆ ਹੋਇਆ, ਜਿਹੜੇ ਥੋੜ੍ਹੇ ਜਿਹੇ ਸੇਫ ਹੋਟਲ ਹੈਗੇ ਆ, ਉੱਥੇ ਦੇ ਲੋਕਾਂ ਨੂੰ ਠਹਿਰਾਇਆ ਹੋਇਆ। ਤੇ ਜੇ ਯਾਤਰੀ ਜਾਂਦੇ ਆ, ਤੇ ਯਾਤਰੀ, ਇਹ ਤਾਂ ਹੈ ਨਹੀਂ ਕਿ ਇਹ ਯਾਤਰਾ ਬਹੁਤ ਛੋਟੀ ਜਿਹੀ ਹੈਗੀ ਕਿ ਵੀ ਇੱਕੋ ਦਿਨ 'ਚ ਜਾ ਕੇ ਤਾਂ ਆਪਾਂ ਮੁੜ ਆਵਾਂਗੇ, ਤੇ ਹੋਟਲ ਦੀ ਲੋੜ ਨਹੀਂ ਪੈਣੀ। ਜੀ ਸਟੇ ਤਾਂ ਉੱਥੇ ਕਰਨਾ ਪਏਗਾ। ਹਾਂ, ਉੱਥੇ ਹੋਟਲ ਦੀ ਲੋੜ ਪੈਣੀ ਹੈ, ਲੇਕਿਨ ਹੋਟਲ ਹੀ ਨਹੀਂ ਹੈਗੇ। ਹੂੰ ਉਸ ਦੌਰਾਨ ਸਿਰਫ ਮੈਂ ਉਹਨੇ ਇੱਕ ਸਫ਼ਰ ਦੇ ਵਿੱਚ, ਜਿਹੜਾ 13-14 ਕਿਲੋਮੀਟਰ ਦਾ ਤਪੋਵਨ ਤੋਂ ਜੋਸ਼ੀਮਠ ਤੱਕ ਦਾ ਜਿਹੜਾ ਸਫ਼ਰ ਹੈਗਾ, ਇਹ ਤਕਰੀਬਨ 13-14 ਕਿਲੋਮੀਟਰ ਦਾ ਹੈਗਾ। ਉਦੋਂ ਅਸੀਂ ਜਿਹੜੇ ਉੱਥੇ ਗਏ ਆ, ਜਾਂ ਤਾਂ ਛੋਟੀਆਂ ਲੌਜ ਹੈਗੀਆਂ ਹੂੰ ਜਿਹੜੀਆਂ ਲੋਕਾਂ ਨੇ ਘਰਾਂ 'ਚ ਬਣਾਈਆਂ ਹੋਈਆਂ ਵਾ, ਤੇ ਜਾਂ ਜਿਹੜੀਆਂ ਇੱਕ ਹੋਟਲ ਸੀਗਾ, ਇੱਕ ਨਵਾਂ ਬਣ ਰਿਹਾ ਸੀ, ਹਜੇ ਉਹਦੀ ਮੇਰੇ ਖਿਆਲ ਓਪਨਿੰਗ ਵੀ ਨਹੀਂ ਹੋਈ ਸੀ, ਕਿਉਂਕਿ ਜਦੋਂ ਅਸੀਂ ਉਸ ਹੋਟਲ ਦੇ ਅੰਦਰ ਗਏ ਹਾਂ, ਤੇ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਹਜੇ ਸ਼ੁਰੂ ਕਰਨਾ ਹੈ ਇਹਨੂੰ, ਔਰ ਪੂਰੀ ਪੋਲਿਸ਼ ਦੀ, ਪੇਂਟ ਦੀ, ਇਹ ਕਾਫੀ ਜਿਹੜੀ ਹੈ ਨਾ, ਉਹ ਜਿਹੜੀ ਗੰਧ ਸੀਗੀ, ਦੁਰਗੰਧ ਸੀਗੀ ਜੀ ਆਪਾਂ ਕਹਿ ਸਕਦੇ ਹਾਂ, ਉਹ ਉੱਥੇ ਰਿਹਾ ਨਹੀਂ ਸੀ ਜਾ ਸਕਦਾ। ਕਹਿਣ ਦਾ ਮਤਲਬ, ਚਲੋ ਉਹ ਇੱਕ ਹੋਟਲ ਉਹ ਚਾਲੂ ਹੋ ਗਿਆ ਹੋਊਗਾ, ਉਹ ਤਪੋਵਨ ਦੇ ਨੇੜੇ ਸੀਗਾ। ਤੇ ਹੁਣ ਜਦੋਂ ਇਹ ਯਾਤਰਾ ਜਦੋਂ ਸ਼ੁਰੂ ਹੋਏਗੀ, ਯਾਤਰਾ ਲਈ ਪ੍ਰਸ਼ਾਸਨ ਨੂੰ ਜਿਹੜਾ ਚੈਲੰਜ ਹੈ, ਉਹ ਸਭ ਤੋਂ ਵੱਡਾ ਇਹੀ ਹੈ, ਪ੍ਰਸ਼ਾਸਨ ਨੂੰ ਚੁਣੌਤੀ ਹੈ ਜਿਹੜੀ, ਉਹ ਸਭ ਤੋਂ ਵੱਡੀ ਇਹ ਹੈ ਕਿ ਲੋਕਾਂ ਨੂੰ ਠਹਿਰਾਉਣਾ ਕਿੱਥੇ ਹੈ। ਹੂੰ ਜੇ ਮੰਨ ਲਓ ਜੋਸ਼ੀਮਠ ਤੋਂ ਕ੍ਰਾਸ ਹੋ ਕੇ ਲੋਕੀ ਲੰਘ ਵੀ ਜਾਂਦੇ ਆ, ਜਾਂ ਜੋਸ਼ੀਮਠ 'ਚ ਠਹਿਰਨਾ ਚਾਹੁੰਦੇ ਆ ਲੋਕੀ, ਕਿਉਂਕਿ ਜੇ ਆਪਾਂ ਉਹਨੂੰ ਮੁੱਖ ਦੁਆਰ ਮੰਨਦੇ ਹਾਂ, ਬਦਰੀਨਾਥ ਦਾ ਮੁੱਖ ਦੁਆਰ ਮੰਨਦੇ ਹਾਂ, ਤੇ ਉਹ ਵੀ ਜੇ ਉੱਥੇ ਜੋਸ਼ੀਮਠ 'ਚ ਪੜਾਅ ਤਾਂ ਹੋਣਾ ਹੀ ਚਾਹੀਦਾ। ਹੂੰ ਇਸ ਕਰਕੇ ਜਿਹੜਾ ਹੁਣ ਪੜਾਅ ਨਹੀਂ ਮਤਲਬ ਲੋਕੀ ਰੁਕ ਨਹੀਂ ਸਕਦੇ ਉੱਥੇ। ਹੂੰ ਉਹ ਹਾਲਾਤ ਇਦਾਂ ਦੇ ਹੋ ਗਏ ਆ ਕਿ ਲੋਕੀ ਹੁਣ ਉੱਥੇ ਰੁਕ ਨਹੀਂ ਸਕਦੇ। ਉਹ ਚੈਲੰਜ ਹੈ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰਸ਼ਾਸਨ ਦੇ ਲਈ ਹੈ।
ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜਾ ਜੋਸ਼ੀਮਠ ਦਾ ਵਪਾਰ ਹੈ ਉਹਦੇ ਤੇ ਵੀ ਲੋਕੀ ਮਤਲਬ ਜਿਹੜੀ ਯਾਤਰਾ ਹੈ ਉਹਨੂੰ ਲੈ ਕੇ ਬੜੇ ਜ਼ਿਆਦਾ ਨਿਰਭਰ ਹੈ। ਪਰ ਜੇ ਗੱਲ ਕਰੀਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਵਾਹਨ ਜਾਣਗੇ, ਲੱਖਾਂ ਦੇ ਵਿੱਚ ਲੋਕੀ ਜਾਣਗੇ, ਤਾਂ ਜੋਸ਼ੀਮਠ ਦੇ ਲੋਕਾਂ ਦੀਆਂ ਦਿੱਕਤਾਂ ਵੀ ਤੇ ਵਧੂਗੀਆਂ ਨੇ ਇਸ ਚੀਜ਼ ਦੇ ਨਾਲ। ਹਾਂਜੀ ਬਿਲਕੁਲ, ਦੇਖੋ ਉੱਥੇ ਹਾਲ ਹੀ ਦੇ ਵਿੱਚ ਯਾਨੀ ਜਦੋਂ 26 ਤਰੀਕ ਨੂੰ ਰੌਲਾ ਪਿਆ ਕਿ ਬਹੁਤ ਵੱਡਾ ਟੋਇਆ ਜਿਹੜਾ ਹੈਗਾ ਬਦਰੀਨਾਥ ਹਾਈਵੇ ਤੇ ਪੈ ਗਿਆ ਹੈ, ਤੇ ਜਿਹੜੀ ਉੱਥੇ ਦੀ ਐਸਡੀਐਮ ਹੈਗੀ ਕੁਮਕੁਮ ਜੋਸ਼ੀ ਹੈਗੀ ਉੱਥੇ ਐਸਡੀਐਮ, ਉਹ ਉੱਥੇ ਮੌਕੇ ਤੇ ਜਾ ਕੇ ਆਈਆਂ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਬਾਰਡਰ ਰੋਡ ਆਰਗੇਨਾਈਜੇਸ਼ਨ ਹੈਗੀ ਨਾ, BRO ਜਿਹਨੂੰ ਕਹਿੰਦੇ ਆ ਆਪਾਂ, ਉਹਨਾਂ ਨੂੰ ਕਹਿ ਕੇ ਉਹ ਰੋਡ ਰਿਪੇਅਰ ਜਿਹੜਾ ਹੈਗਾ ਜੋ ਵੀ ਟੋਇਆ ਸੀਗਾ, ਅਸੀਂ ਯਾਨੀ ਪ੍ਰਸ਼ਾਸਨ ਇਹ ਮੰਨਦਾ ਕਿ ਹਾਂ ਵੀ ਟੋਇਆ ਪਿਆ ਸੀ, ਲੇਕਿਨ ਉਹ ਕਹਿੰਦੇ ਕਿ ਅਸੀਂ ਉਹਨੂੰ ਰਿਪੇਅਰ ਕਰਾਤਾ, ਉਹ 'ਚ ਪੱਥਰ ਭਰਨ ਦਾ ਕੰਮ ਜਿਹੜਾ ਉਹ ਚਾਲੂ ਹੋ ਗਿਆ, ਕਿਉਂਕਿ ਉੱਥੇ ਜ਼ਿਆਦਾ ਜਿਹੜਾ ਨਾ ਰਿਪੇਅਰ ਦਾ ਜਾਂ ਸੜਕਾਂ ਬਣਾਉਣ ਦਾ ਕੰਮ ਹੈ ਉਹ ਬਹੁਤ ਜ਼ਿਆਦਾ ਉੱਥੇ ਹੀ ਪੱਥਰ ਕੱਟੇ ਜਾਂਦੇ ਆ, ਉੱਥੇ ਹੀ ਉਹਨਾਂ ਨੂੰ ਕ੍ਰਸ਼ ਕੀਤਾ ਜਾਂਦਾ ਹੈ, ਬਜਰੀ ਬਣਾਈ ਜਾਂਦੀ ਹੈ, ਉਸੇ ਦੀ ਸੜਕ ਬਣਦੀ ਹੈ, ਉਸੇ ਦੀ ਹੀ ਉੱਥੇ ਕੰਸਟਰਕਸ਼ਨ ਚੱਲਦੀ ਹੈ, ਤਕਰੀਬਨ ਜਿਹੜਾ ਸਭ ਕੁਝ ਉੱਥੇ ਹੀ ਹੈ। ਤੇ ਐਸਡੀਐਮ ਜਦੋਂ ਗਏ ਆ ਤੇ ਐਸਡੀਐਮ ਨੇ ਆ ਕੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਐਸਾ ਕੁਝ ਨਹੀਂ ਹੈ ਔਰ ਕੋਈ ਜੋਸ਼ੀਮਠ ਦਰਖ ਨਹੀਂ ਰਿਹਾ, ਕਦੀ ਕਦਾਈ ਜਿਹੜਾ ਆਮ ਪਹਾੜੀ ਇਲਾਕਿਆਂ 'ਚ ਜਿਹੜਾ ਹੁੰਦਾ ਹੈ ਤੇ ਉਹੀ ਇਹ ਇੱਕ ਪ੍ਰੋਬਲਮ ਹੈਗੀ ਹੈ। ਤੇ ਇਹ ਵੀ ਅਸੀਂ ਦਰੁਸਤ ਕਰ ਦਾਂਗੇ ਕਿਉਂਕਿ ਹਜੇ 22 ਅਪ੍ਰੈਲ ਨੂੰ ਦਿਨ ਪਏ ਹੈ, ਤਕਰੀਬਨ 1.5-2 ਮਹੀਨੇ ਪਏ ਹੈ, ਤੇ ਉਹ ਉਦੋਂ ਤੱਕ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ, ਤੁਸੀਂ ਉਹਦੀ ਚਿੰਤਾ ਨਾ ਕਰੋ। ਲੇਕਿਨ ਲੋਕਾਂ 'ਚ ਇੱਕ ਡਰ ਜਿਹੜਾ ਹੈਗਾ ਨਾ ਉਹ ਹਜੇ ਵੀ ਬਣਿਆ ਹੋਇਆ ਕਿ ਜੋਸ਼ੀਮਠ ਦੇ ਵਿੱਚ ਅਸੀਂ ਸੇਫ ਨਹੀਂ ਆ, ਕਿਉਂਕਿ ਬਦਰੀਨਾਥ ਦੇ ਜਿਹੜੇ MLA ਸੀਗੇ ਮਿਸਟਰ ਭਾਰਦਵਾਜ, ਉਹਨਾਂ ਨਾਲ ਮੈਂ ਗੱਲ ਵੀ ਉਦੋਂ ਕੀਤੀ ਸੀਗੀ, ਗੱਲਬਾਤ ਤੁਹਾਨੂੰ ਸੁਣਾ ਦਾਂਗੇ ਆਪਾਂ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਪ੍ਰਸ਼ਾਸਨ ਨੂੰ ਇਹਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ, ਕਿਉਂਕਿ ਉਹ ਆਪੋਜੀਸ਼ਨ ਦੇ ਉੱਥੇ BJP ਦੀ ਸਰਕਾਰ ਹੈਗੀ ਹੈ, ਪੁਸ਼ਕਰ ਧਾਮੀ CM ਹੈਗੇ ਆ, ਤੇ ਇਹ ਕਾਂਗਰਸ ਦੇ MLA ਨੇ ਬਦਰੀਨਾਥ ਦੇ ਜਿਹੜੇ ਹੈਗੇ ਆ। ਤੇ ਹਾਲਾਂਕਿ ਆਪੋਜੀਸ਼ਨ ਨੇ ਤਾਂ ਬੋਲਣਾ ਹੁੰਦਾ, ਲੇਕਿਨ ਉਹਨਾਂ ਦੇ ਨਾਲ ਲੋਕ ਜਿਹੜੇ ਸੀਗੇ ਜਿਹਨਾਂ ਨੇ ਆਪਣੇ ਘਰ ਛੱਡੇ ਹੋਏ ਸੀ, ਘਰ ਛੱਡ ਕੇ ਉਹ ਹੋਟਲਾਂ ਦੇ ਵਿੱਚ ਰਹਿ ਰਹੇ ਸੀਗੇ, ਉੱਥੇ ਉਹਨਾਂ ਦੇ ਜਿਹੜੇ ਮੁਖੀਆ ਸੀਗੇ ਘਰਾਂ ਦੇ ਉਹ ਉੱਥੇ ਆਏ ਹੋਏ ਸੀਗੇ SDM ਦਫ਼ਤਰ ਦੇ ਵਿੱਚ। ਉੱਥੇ ਬੜਾ ਰੌਲਾ ਪੈ ਰਿਹਾ ਸੀਗਾ, ਤੁਹਾਨੂੰ ਉਹ ਅਸੀਂ ਜਿਹੜੇ ਉਸ ਵੇਲੇ ਦਾ ਦ੍ਰਿਸ਼ ਵੀ ਉਹ ਜਿਹੜੇ ਆਪਣੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ। ਔਰ MLA ਸਾਹਿਬ ਨੇ ਕੀ ਕਿਹਾ, ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਕੀ ਕਿਹਾ, ਜਿਹੜੀਆਂ ਦਰਾਰਾਂ ਪਈਆਂ ਹੋਈਆਂ ਸੀਗੀਆਂ, ਰੋਪਵੇ ਦੇ ਨੇੜੇ ਕੀ ਹਾਲ ਸੀਗਾ, ਉਹ ਸਾਰੀਆਂ ਤੁਹਾਨੂੰ ਅਸੀਂ ਇੱਕ ਵਾਰੀ ਛੋਟੇ ਜਿਹੜੇ ਉਹਨਾਂ ਦੇ ਵਿਚਾਰ ਹੈਗੇ ਉਹ ਤੁਹਾਨੂੰ ਅਸੀਂ ਇੱਕ ਵਾਰੀ ਫਿਰ ਤੋਂ ਸੁਣਾ ਦਾਂਗੇ, ਤਾਂ ਕਿ ਇਹ ਲੱਗੇ ਕਿ ਵਾਕਈ ਲੋਕਾਂ ਦੀ ਜਿਹੜੀ ਚਿੰਤਾ ਹੈਗੀ ਹੈ ਉਹ ਇਹ ਨਹੀਂ ਹੈਗੀ ਕਿ ਲੋਕੀ ਬਿਨਾਂ ਵਜ੍ਹਾ ਹੀ ਪਰੇਸ਼ਾਨ ਹੋ ਰਹੇ ਆ। ਔਰ ਜਿਹੜੇ ਲੋਕ 2 ਜਨਵਰੀ ਤੋਂ ਨੂੰ ਇਹ ਕਿੱਸਾ ਸ਼ੁਰੂ ਹੋਇਆ ਸੀ, 2 ਜਨਵਰੀ ਦੇ ਵਿੱਚ ਜੋ 2 ਜਨਵਰੀ ਨੂੰ ਇਹ ਮੰਨਿਆ ਜਾ ਰਿਹਾ ਕਿ 2 ਜਨਵਰੀ ਨੂੰ ਪਹਿਲੀ ਵਾਰ ਜਿਹੜੀ ਹੈ ਉਹ ਦਰਾਰ ਦੇਖੀ ਗਈ ਸੀ ਮਕਾਨਾਂ ਦੇ ਵਿੱਚ। ਤਾਂ ਉਦੋਂ ਤੋਂ ਲੈ ਕੇ ਜਿਹੜੇ ਲੋਕ ਹੁਣ ਤੱਕ ਜਾਂ ਤਾਂ ਹੋਟਲਾਂ 'ਚ ਰਹਿ ਰਹੇ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਆ, ਉਹਨਾਂ ਵਾਸਤੇ ਤਾਂ ਇਹ ਵਾਕਈ ਇੱਕ ਡਰ ਦਾ ਜਿਹੜਾ ਹੈ ਉਹ ਮਾਹੌਲ ਬਣਿਆ ਹੋਇਆ, ਕਿਉਂਕਿ ਲੋਕ ਕਾਫੀ ਦਿਨਾਂ ਤੋਂ ਘਰੋਂ ਬਾਹਰ ਰਹਿ ਰਹੇ, ਲੋਕਾਂ ਬੱਚਿਆਂ ਦਾ ਸਕੂਲ, ਬੱਚਿਆਂ ਦੇ ਪੇਪਰ। ਉੱਥੇ ਜਿਹੜੀ ਲੇਡੀ ਸੀਗੀ ਉਹਨਾਂ ਨੇ ਸਪੈਸ਼ਲੀ ਇਹ ਗੱਲ ਕੀਤੀ ਕਿ ਬੱਚਿਆਂ ਦੇ ਪੇਪਰ ਸ਼ੁਰੂ ਹੋਣ ਵਾਲੇ ਆ, ਅਸੀਂ ਕੀ ਕਰੀਏ, ਕਿੱਥੇ ਬਿਠਾ ਕੇ ਬੱਚਿਆਂ ਨੂੰ ਪੜ੍ਹਾਈਏ। ਹੋਟਲਾਂ ਦੇ ਵਿੱਚ ਜਿੱਥੋਂ ਸਾਨੂੰ ਠਹਿਰਾਇਆ ਹੋਇਆ ਉੱਥੇ ਜੇ 4 ਦੀ ਕੈਪੈਸਿਟੀ ਦਾ ਕਮਰਾ ਹੈਗਾ ਤੇ ਉੱਥੇ 10 ਲੋਕ ਠਹਿਰਾਏ ਹੋਏ ਆ, ਤੇ ਬੱਚਾ ਕਨਸੈਂਟਰੇਟ ਹੀ ਨਹੀਂ ਕਰ ਸਕਦਾ ਆਪਣੀ ਜਿਹੜਾ ਹੈਗਾ ਆਪਣੀ ਪੜ੍ਹਾਈ ਤੇ ਅਸੀਂ ਕਿੱਦਾਂ ਆਪਣੇ ਬੱਚਿਆਂ ਦੀ ਪੜ੍ਹਾਈ ਕੰਟੀਨਿਊ ਕਰ ਸਕਦੇ ਹਾਂ। ਕਿੱਦਾਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਇਹਨਾਂ ਸਾਰੀ ਚੀਜ਼ਾਂ ਨੂੰ ਜੇ ਉਹ ਮੰਨਦੇ ਆ ਕਿ ਹਾਂ ਵੀ ਸਾਡੇ ਘਰ ਜਿਹੜੇ ਆ ਅਨਸੇਫ ਹੋ ਰਹੇ ਆ, ਤੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਤਕਰੀਬਨ ਉਹ ਹਰ ਪਰਿਵਾਰ ਦਾ ਘੱਟੋ ਘੱਟ ਇੰਨਾ ਕੁ ਇੰਤਜ਼ਾਮ ਤਾਂ ਕਰਕੇ ਦੇਵੇ ਕਿ ਇੱਕ ਤਾਂ ਜਦ ਤੱਕ ਇਹਦਾ ਕੋਈ ਪੱਕਾ ਹੱਲ ਨਹੀਂ ਹੋ ਜਾਂਦਾ ਤੇ ਉਹ ਅੱਛੀ ਜਗ੍ਹਾ ਤੇ ਰਹਿ ਸਕਣ, ਜਿਹੜੀ ਰੂਟੀਨ ਲਾਈਫ ਹੈ ਉਹਨਾਂ ਦੇ ਵਿੱਚ ਉਹ ਨॉर्मल रह सके। बद्रीनाथ तो विधायक ने, कांग्रेस के विधायक ने, उन्होंने गलबात करेंगे। कोई आश्वासन सरकार की ओर से भी नहीं है। 1.5 लाख रुपए लोगों को मिला है, तो ये 1.5 लाख रुपए लेने के लिए लोग थोड़ी बैठे हुए हैं। लोगों को ज़मीन के बदले ज़मीन, मकान के बदले मकान, होटल के बदले होटल और दुकान के बदले दुकान और ज़मीन के बदले ज़मीन मिलनी चाहिए। लोगों को सुरक्षित स्थानों पर बसाया जाए जितनी जल्दी हो सकता है। सर आप ये पूरा घर आप कवर कर लीजिए, क्योंकि कल मुझे नहीं लगता कि ये घर ऐसे दिखेगा। कल हमें ही अपने घर को जो है प्रूफ देना पड़ेगा कि भैया देखो इतना बड़ा घर था हमारा। सुरंग निकाली जा रही है पानी के लिए और उससे जो विस्फोट किए जा रहे हैं, आपका कहना है कि ये उसके जरिए उसकी वजह से हो रहा है? और नहीं तो क्या कारण हो सकता है? जितना वो पानी रिसाव हो रहा है ये सब टनल का पानी है, सारा सुरंग का पानी है और उसी के कारण ये सारा भूस्खलन हो रहा है। ਵਿਗਿਆਨਿਕਾਂ ਨੇ ਇਹ ਕਿਹਾ ਹੈ ਕਿ ਜੋਸ਼ੀਮਠ ਨੂੰ ਧਸਣ ਤੋਂ ਹੁਣ ਕੋਈ ਵੀ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕਦੀ। हमको हमारा हक चाहिए, जो हमारा हक है
वो हमको मिलना चाहिए, पर वो मिलेगा मांग करके, और मांग के नहीं मिलेगा तो छीन के मिलेगा। पर ਜਿਵੇਂ ਅਸੀਂ ਗੱਲ ਕੀਤੀ ਜੋਸ਼ੀ ਮੱਠ ਦੀ ਹੂੰ ਤੇ 50 ਦਿਨ ਪਹਿਲਾਂ ਕਰੀਬ ਜਿਹੜਾ ਹੈਗਾ ਇਹ ਸਿਲਸਿਲਾ ਸ਼ੁਰੂ ਹੋਇਆ ਜਦੋਂ ਉੱਥੇ ਜਿਹੜਾ ਹੂੰ ਕਹਿ ਦਿੰਦੇ ਘਰ ਖਿਸਕਣੇ ਸ਼ੁਰੂ ਹੋ ਗਏ ਹੂੰ ਤੇ ਉੱਥੋਂ ਦੇ ਲੋਕਾਂ ਦਾ ਆਰੋਪ ਹੈ ਕਿ ਉਦੋਂ ਤਾਂ ਟੀਵੀ ਕਵਰੇਜ ਦਿਖਾਏਗੀ ਬਹੁਤ ਜ਼ਿਆਦਾ ਦਿਖਾਇਆ ਗਿਆ ਕਿ ਇੱਥੋਂ ਦੇ ਹਾਲਾਤ ਜਿਹੜੇ ਹੈਗੇ ਉਹ ਵਿਗੜ ਚੁੱਕੇ ਆ ਤੇ ਉਹ ਹੂੰ ਕਹਿੰਦੇ ਹੂੰ ਕਿ ਹੁਣ ਜਿਹੜੀ ਸਰਕਾਰ ਹੈ ਟਾਲ ਮਟੋਲ ਕਰਦੀ ਪਈ ਕੋਈ ਧਿਆਨ ਨਹੀਂ ਦੇ ਰਿਹਾ ਇਸ ਪਾਸੇ। ਜੋ ਤਾਜ਼ਾ ਤਾਜ਼ਾ ਕੋਈ ਵੀ ਮੁੱਦਾ ਹੁੰਦਾ ਉਸ ਹੂੰ ਨੂੰ ਕੀ ਹੁੰਦਾ ਕਿ ਮੀਡੀਆ ਵੀ ਬਹੁਤ ਚੁੱਕਦਾ ਹੈ, ਜੀ ਉੱਥੇ ਦੇ ਲੋਕਲ ਲੀਡਰਸ ਵੀ ਬਹੁਤ ਚੁੱਕਦੇ ਆ, ਸਰਕਾਰ ਦਾ ਵੀ ਇੱਕਦਮ ਧਿਆਨ ਖਿੱਚਿਆ ਜਾਂਦਾ ਉੱਥੇ। ਸਰਕਾਰ ਦਾ ਇਹ ਕੋਸ਼ਿਸ਼ ਹੁੰਦੀ ਹੈ ਸਰਕਾਰ ਦੀ ਕਿ ਜਿਹੜਾ ਕੰਮ ਹੈ ਉਹ ਥੋੜਾ ਲਿੰਗਰ ਔਨ ਹੋ ਜਾਵੇ, ਯਾਨੀ ਹੂੰ ਥੋੜਾ ਲੰਮਾ ਪੈ ਜਾਵੇ ਤਾਂ ਕਿ ਜੀ ਅਸੀਂ ਉਹਦੇ ਬਾਰੇ ਕੁਝ ਸੋਚ ਸਕੀਏ। ਹੂੰ ਲੇਕਿਨ ਕਿਉਂਕਿ ਨੈਸ਼ਨਲ ਮੀਡੀਆ ਵੀ ਉੱਥੇ ਪਹੁੰਚਿਆ, ਆਪਾਂ ਦੈਨਿਕ ਸਵੇਰਾ ਇੱਕ ਪੰਜਾਬੀ ਦਾ ਪਹਿਲਾ ਅਜਿਹਾ ਚੈਨਲ ਸੀਗਾ ਜਿਹੜਾ ਜੋਸ਼ੀਮਠ ਤੇ ਜਾ ਕੇ ਕਵਰੇਜ ਕਰਕੇ ਆਇਆ। ਹੂੰ ਨਹੀਂ ਤੇ ਜਿੰਨੇ ਵੀ ਪੰਜਾਬੀ ਜਿਹੜੇ ਚੈਨਲ ਹੈਗੇ ਆ, ਚਾਹੇ ਉਹ ਵੈਬਸਾਈਟ ਚੈਨਲ ਨੇ ਚਾਹੇ ਟੀਵੀ ਚੈਨਲ ਨੇ, ਉਹਨਾਂ ਨੇ ਸਾਰਿਆਂ ਨੇ ਹੀ ਉਹ ਕਵਰੇਜ ਜਿਹੜੀ ਹੈਗੀ ਉੱਥੇ ਦੇ ਜਿਹੜੇ ਹਿੰਦੀ ਪੱਤਰਕਾਰ ਉਹਨਾਂ ਦੇ ਹੈਗੇ ਜਿਹੜੇ ਉਹਨਾਂ ਦੇ ਮੇਨ ਚੈਨਲਾਂ ਦੇ ਹਿੰਦੀ ਦੇ ਪੱਤਰਕਾਰ ਹੈ, ਉਹਨਾਂ ਦੀ ਜਿਹੜੀ ਫੁਟੇਜ ਹੈ ਕਵਰੇਜ ਚਲਾਈ ਚਲਾਈ ਸੀ। ਹੈ। ਹੂੰ ਲੇਕਿਨ ਪੰਜਾਬੀ ਦਾ ਇੱਕ ਚੈਨਲ ਇੱਕੋ ਇੱਕ ਚੈਨਲ ਸੀਗਾ ਦੈਨਿਕ ਸਵੇਰਾ ਜਿਹੜਾ ਉੱਥੇ ਜਾ ਕੇ ਕਵਰੇਜ ਕਰਕੇ ਆਇਆ, ਔਰ ਮੈਂ ਉੱਥੇ ਗਿਆ ਸੀਗਾ ਤੇ ਮੈਨੂੰ ਜ਼ਿਆਦਾ ਉੱਥੇ ਦੇ ਹਾਲਾਤ ਪਤਾ ਕਿਉਂਕਿ ਮੈਨੂੰ ਇਹ ਪਤਾ ਕਿ ਜਿਸ ਦਿਨ ਅਸੀਂ ਉੱਥੇ ਪਹੁੰਚੇ ਆ 13 ਤਰੀਕ ਨੂੰ ਅਸੀਂ ਉੱਥੇ ਪਹੁੰਚੇ ਸੀਗੇ, 13 ਤਰੀਕ ਦੀ ਰਾਤ ਨੂੰ ਅਸੀਂ ਪਹੁੰਚੇ ਸੀਗੇ ਤੇ 13 ਤਰੀਕ ਨੂੰ ਰਾਤ ਨੂੰ ਉੱਥੇ ਹੋਟਲ ਲੱਭਣ ਵਾਸਤੇ ਤਾਂ ਸਾਨੂੰ ਘੱਟੋ ਘੱਟ 20 ਕਿਲੋਮੀਟਰ ਦਾ ਸਫ਼ਰ ਕਰਨਾ ਪਿਆ, ਕਦੀ ਹੂੰ ਕਿਤੇ ਜਗ੍ਹਾ ਜਗ੍ਹਾ ਜਾ ਕੇ ਅਸੀਂ ਪੁੱਛਿਆ, ਨਹੀਂ ਜੀ ਫੁੱਲ ਹੈ, ਇੱਥੇ ਤਾਂ ਪ੍ਰਸ਼ਾਸਨ ਨੇ ਲੋਕ ਠਹਿਰਾਏ ਹੋਏ ਆ ਜਿਹੜੇ, ਹੂੰ ਯਾਨੀ ਉਸ ਵੇਲੇ ਇਹ ਹਾਲ ਸੀ। ਤੇ ਅੱਜ 50 ਦਿਨਾਂ ਬਾਅਦ ਜਦੋਂ ਲੋਕਾਂ ਦਾ ਕੋਈ ਟਿਕਾਣਾ ਹੀ ਨਹੀਂ ਹੋ ਸਕਿਆ, ਨਾ ਹੂੰ ਤੇ ਉਹ ਮਕਾਨ ਡਿੱਗੇ ਤਾਂ ਨਾ ਰਹਿਣ ਜੋਗੇ ਰਹੇ ਆ, ਹੂੰ ਤੇ ਇਹਦਾ ਮਤਲਬ ਇਹ ਹੋਇਆ ਕਿ ਲੋਕ ਹਜੇ ਵੀ ਜਿਹੜੇ ਹੈਗੇ ਆ ਉਹ ਪਰੇਸ਼ਾਨੀ ਨਾਲ ਜੂਝ ਰਹੇ ਆ, ਔਰ ਉਹਨਾਂ ਦੇ ਸਿਰ ਤੇ ਜਿਹੜੀ ਇੱਕ ਤਲਵਾਰ ਹੈ ਉਹ ਲਟਕ ਰਹੀ ਹੈ। ਹੂੰ ਇਸ ਕਰਕੇ ਲੋਕੀ ਪਰੇਸ਼ਾਨ ਨੇ, ਔਰ ਉੱਪਰੋਂ ਜਿਹੜੀ 4 ਧਾਮ ਦੀ ਯਾਤਰਾ ਹੈਗੀ ਹੈ ਇਹ ਸਿਰ ਤੇ ਹੈ। ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਉਹਨਾਂ ਦਾ ਕਾਰੋਬਾਰ ਵਧੀਆ ਚਲੋ ਚੱਲ ਜਾਏਗਾ। ਈਵਨ ਕਿ ਜਿਹੜੇ ਹੋਟਲ ਦੇ ਮਾਲਕ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਨਾ ਅਸੀਂ ਤਕਰੀਬਨ ਰਿਪੇਅਰ ਕਰਾਉਂਦੇ ਸੀ ਆਪਣੇ ਹੋਟਲਾਂ ਨੂੰ, ਹੂੰ ਰੈਨੋਵੇਸ਼ਨ ਕਰਾਉਂਦੇ ਸੀਗੇ, ਔਰ ਜੇ ਕਿਤੇ ਮਾੜੀ ਮੋਟੀ ਟੁੱਟ ਭੱਜ ਹੈ ਉਹ ਰਿਪੇਅਰ ਕਰਾਉਂਦੇ ਸੀਗੇ, ਰੰਗ ਰੋਗਨ ਨਵਾਂ ਕਰਾਉਂਦੇ ਸੀ। ਕਹਿੰਦੇ ਹੁਣ ਸਾਨੂੰ ਇਹ ਹੁੰਦਾ ਕਿ ਅੱਜ ਮੰਨ ਲਓ ਕਿ ਅਸੀਂ ਇਹ ਸਭ ਕੁਝ ਕਰਾ ਲੈਂਦੇ ਹਾਂ, ਕੱਲ੍ਹ ਨੂੰ ਪ੍ਰਸ਼ਾਸਨ ਕਿਸੇ ਚੀਜ਼ 'ਤੇ ਪਾਬੰਦੀ ਲਾ ਦਿੰਦਾ ਜਾਂ ਉਹਨਾਂ ਦਾ ਹੋਟਲ ਜਿਹੜਾ ਡੇਂਜਰ ਜ਼ੋਨ 'ਚ ਆ ਜਾਂਦਾ ਤੇ ਉਹਨਾਂ ਨੂੰ ਤੇ ਚੁੱਕ ਕੇ ਕਿਤੇ ਹੋਰ ਭੇਜਤਾ ਜਾਏਗਾ ਤੇ ਉਹਨਾਂ ਦਾ ਜਿਹੜਾ ਪੈਸਾ ਲੱਗਣਾ ਉਹ ਬੇਕਾਰ ਹੋ ਜਾਊਗਾ। ਹੁਣ ਨਾ ਉਹ ਰੈਨੋਵੇਸ਼ਨ ਕਰਾ ਪਾ ਰਹੇ, ਯਾਨੀ ਇੱਕ ਜਿਹੜਾ ਰੂਟੀਨ ਦੇ ਵਿੱਚ ਜਿਹੜਾ ਡਰ ਹੈ ਨਾ ਉਹ ਬਣਿਆ ਹੋਇਆ ਵਾ। ਜਿਵੇਂ ਚਾਰ ਧਾਮ ਦੀ ਯਾਤਰਾ ਸਰਕਾਰ ਦੇ ਵੱਲੋਂ ਇਹਦੇ ਲਈ ਤਿਆਰੀਆਂ ਕਰ ਲਈਆਂ ਗਈਆਂ ਪੂਰੀਆਂ, ਪਰ ਜਿਹੜੇ ਉੱਥੋਂ ਦੇ ਲੋਕੀ ਹੈਗੇ ਉਹ ਡਰੇ ਪਏ ਆ, ਸ਼ਰਧਾਲੂ ਪੂਰੀ ਤਰ੍ਹਾਂ ਡਰੇ ਪਏ ਆ ਕਿ ਸਰਕਾਰ ਨੂੰ ਕੋਈ ਠੋਸ ਜਵਾਬ ਦੇਣਾ ਚਾਹੀਦਾ ਕਿ ਜਿਹੜੀ ਯਾਤਰਾ ਹੈ ਸੰਭਵ ਕਿਵੇਂ ਆ। ਦੇਖੋ ਹਮੇਸ਼ਾ ਸਰਕਾਰਾਂ ਜਿਹੜੀਆਂ ਹੈਗੀਆਂ, ਕਿਉਂਕਿ ਜੇ ਲੋਕਾਂ ਦਾ ਉਹ ਇੱਕ ਐਸੈਟ ਹੈ, ਲੋਕਾਂ ਦੀ ਉਹ ਹੈਗਾ ਕਿ ਲੋਕ ਜੇ ਇੱਥੇ 4 ਧਾਮ ਦੀ ਯਾਤਰਾ ਹੋਏਗੀ ਤਾਂ ਉਹਨਾਂ ਦੇ ਕਾਰੋਬਾਰ ਚੱਲਣਗੇ, ਤਾਂ ਸਰਕਾਰ ਨੂੰ ਵੀ ਤਾਂ ਕੁਛ ਨਾ ਕੁਛ ਟੱਕਰੇਗਾ ਨਾ, ਜੀ ਕਿਉਂਕਿ ਸਰਕਾਰ ਤੇ ਚਾਹੁੰਦੀ ਹੈ ਕਿ ਇੱਦਾਂ ਦੇ ਔਰ ਜਿਹੜੇ ਫੰਕਸ਼ਨ ਹੈਗੇ ਜਾਂ ਸਮਾਗਮ ਹੈਗੇ ਜਿਹੜੇ ਉਹ ਹੁੰਦੇ ਰਹਿਣੇ ਚਾਹੀਦੇ। ਫਿਰ ਇਹ ਸਮਾਗਮ ਤੇ ਇੱਦਾਂ ਦਾ ਜਿੱਥੇ ਕੋਈ ਇੱਕ ਥਾਂ ਨਹੀਂ ਰਹਿਣੀ, ਹੂੰ ਪੂਰਾ ਉੱਤਰਾਖੰਡ ਜਿਹੜਾ ਹੈਗਾ ਉਹ ਜੋ ਲੋਕ ਇੱਥੋਂ ਸ਼ੁਰੂ ਹੁੰਦੇ ਰਿਸ਼ੀਕੇਸ਼ ਤੋਂ ਲੈ ਕੇ ਤੇ ਬਦਰੀਨਾਥ ਕੇਦਾਰਨਾਥ ਤੱਕ ਲੋਕ ਜਿਹੜੇ ਹੈਗੇ, ਗੰਗੋਤਰੀ ਯਮਨੋਤਰੀ ਤੱਕ ਜਿਹੜੇ ਲੋਕ ਹੈਗੇ ਆ ਜਾਂਦੇ ਆ। ਔਰ ਇਸ ਦੌਰਾਨ ਬਹੁਤ ਸਾਰੇ ਹੋਟਲ, ਬਹੁਤ ਸਾਰੀਆਂ ਦੁਕਾਨਾਂ, ਬਹੁਤ ਸਾਰੀਆਂ ਹੋਰ ਐਸੇ ਸੋਰਸਿਸ ਜਿਹੜੇ ਹੈਗੇ ਜਿੱਥੇ ਲੋਕਾਂ ਨੇ ਰੁਕਣਾ ਹੈ, ਲੋਕਾਂ ਨੇ ਪੈਸੇ ਖਰਚ ਕਰਨੇ, ਸਰਕਾਰ ਨੂੰ ਟੈਕਸ ਆਉਣਾ ਹੈ, ਸਰਕਾਰ ਮਤਲਬ ਕਈ ਤਰ੍ਹਾਂ ਦੀ ਜਿਹੜੀ ਹੈਗੀਆਂ ਉਹ ਕਮਾਈਆਂ ਹੋਣੀ। ਤਾਂ ਸਰਕਾਰ ਜਿਹੜੀ ਉੱਤਰਾਖੰਡ ਸਰਕਾਰ ਹੈ ਉਹਨੇ ਤਾਂ ਤਿਆਰੀਆਂ ਕਰਨੀਆਂ ਹੀ ਕਰਨੀਆਂ, ਔਰ ਉਹ ਬਕਾਇਦਾ ਕਹਿ ਰਹੇ ਕਿ ਇਹਦੇ ਵਾਸਤੇ ਅਸੀਂ ਬਕਾਇਦਾ ਇੱਕ ਅਲੱਗ ਪਲਾਨ ਤਿਆਰ ਕਰਾਂਗੇ, ਬਕਾਇਦਾ ਕੰਟਰੋਲ ਰੂਮ ਉੱਥੇ ਇੱਕ ਸਥਾਪਿਤ ਕਰਾਂਗੇ। ਜੇਕਰ ਕੋਈ ਡਿਜ਼ਾਸਟਰ ਮੈਨੇਜਮੈਂਟ ਕੰਟਰੋਲ ਰੂਮ ਜਿਹੜਾ ਹੈਗਾ ਉਹ ਅਸੀਂ ਸਥਾਪਿਤ ਕਰਾਂਗੇ। ਔਰ ਜਿਹੜੇ ਪੁਸ਼ਕਰ ਧਾਮੀ ਹੈਗੇ ਉੱਥੇ ਦੇ ਸੀਐਮ ਹੈਗੇ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਬਾਰਡਰ ਰੋਡ ਆਰਗੇਨਾਈਜੇਸ਼ਨ ਹੈ BRO ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਵੀ ਉਹਨਾਂ ਦੇ ਵੀ ਕੈਂਪ ਜਿਹੜੇ ਹੈਗੇ ਜਗ੍ਹਾ ਜਗ੍ਹਾ ਲਵਾਏ ਜਾਣਗੇ, ਤਾਂ ਕਿ ਇਹ ਨਾ ਹੋਵੇ ਕਿ ਜੇ ਰਾਹ ਦੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਤੇ ਐਮਰਜੈਂਸੀ ਤੇ ਉਹਨਾਂ ਨੂੰ ਬੁਲਾਉਣਾ ਪਵੇ। ਆਲਰੇਡੀ ਕੈਂਪ ਦੇ ਵਿੱਚ ਉਹ ਮੌਜੂਦ ਹੋਣਗੇ, BRO ਦੇ ਜਿਹੜੇ ਲੋਕ ਨੇ ਉਹ ਮੌਜੂਦ ਹੋਣਗੇ। ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਉੱਥੇ ਹੋਣਗੇ ਉਸੇ ਸਮੱਸਿਆ ਤੋਂ ਲੜਨ ਵਾਸਤੇ। ਔਰ ਇਸੇ ਤਰ੍ਹਾਂ ਡਿਜ਼ਾਸਟਰ ਮੈਨੇਜਮੈਂਟ ਦੀਆਂ ਜਿਹੜੀ ਟੀਮਾਂ ਹੈਗੀਆਂ ਇਹਨਾਂ ਨੂੰ ਵੀ ਤੈਨਾਤ ਕੀਤਾ ਜਾਊਗਾ। ਇਹ ਉੱਥੇ ਦੇ ਜਿਹੜੇ ਸੈਰ ਸਪਾਟਾ ਵਿਭਾਗ ਦੇ ਜਿਹੜੇ ਮੰਤਰੀ ਆ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ, ਯਾਤਰੀਆਂ ਨੂੰ ਭਰੋਸਾ ਦਿਵਾਇਆ। ਜਿਹੜੀ ਵੈਬਸਾਈਟ ਇਹਨਾਂ ਨੇ ਸ਼ੁਰੂ ਕੀਤੀ ਉਹਦਾ ਬਕਾਇਦਾ ਇਹਨਾਂ ਨੇ ਪ੍ਰਮੋਟ ਕੀਤੀ ਹੋਈ ਹੈ ਕਿ ਲੋਕ ਇਸ ਵੈਬਸਾਈਟ ਦੇ ਥਰੂ
ਆਪਣੇ ਆਪਣੇ ਆਪਣਾ ਪ੍ਰੋਗਰਾਮ ਬੁੱਕ ਕਰਨ, ਉਹਨਾਂ ਨੂੰ ਜੋ ਚਾਹੀਦਾ ਉਹ ਉਪਲਬਧ ਹੋਏਗਾ। ਯਾਨੀ ਵੈਬਸਾਈਟ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਉਹ ਉਹਨਾਂ ਨੇ ਬੜਾ ਈਜ਼ੀਲੀ ਉਪਲਬਧ ਕਰਾਇਆ ਹੋਇਆ ਵਾ। ਅਤੇ ਜ਼ਾਹਿਰ ਹੈ ਕਿ ਸਰਕਾਰ ਜਿਹੜੀ ਹੈ, ਸਰਕਾਰ ਨੇ ਤਾਂ ਤਿਆਰੀ ਕਰਨੀ ਹੈ ਨਾ। ਸਰਕਾਰ ਜੇ ਕਿਸੇ ਚੀਜ਼ ਨੂੰ ਲੈ ਕੇ ਹੱਥ ਖੜੇ ਕਰਤੇ ਜਾਣ ਤੇ ਉਹ ਸਰਕਾਰ ਕਾਹਦੀ, ਉਹਨੂੰ ਬਿਲਕੁਲ। ਸਰਕਾਰ ਕੌਣ ਕਹੇਗਾ ਫਿਰ? ਹੂੰ। ਸਰਕਾਰ ਨੇ ਹੀ ਲੋਕਾਂ ਨੂੰ ਹੌਸਲਾ ਦੇਣਾ। ਜੇ ਸਰਕਾਰ ਹੀ ਹੌਸਲਾ ਛੱਡ ਦਿੰਦੀ ਹੈ ਤੇ ਫਿਰ ਕੀ ਹੋ ਸਕਦਾ? ਤੇ ਸਰਕਾਰ ਜ਼ਾਹਿਰ ਹੈ ਕਿ ਉਹ ਤਿਆਰੀਆਂ ਕਰਵਾ ਰਹੀ ਹੈ। ਔਰ ਇਸ ਵਾਲੀ ਉਹਨਾਂ ਨੇ ਇਹ ਵੀ ਕਿਹਾ, ਪੁਸ਼ਕਰ ਧਾਮੀ ਜੀ ਨੇ ਜਿਹੜੇ ਉੱਥੇ ਦੇ ਸੀਐਮ ਹੈਗੇ, ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਜੇ ਸਾਨੂੰ ਲੱਗੇ ਕਿ ਭਾਰ ਦੇ ਕਰਕੇ ਹੀ ਇਹ ਸਭ ਕੁਝ ਹੋ ਰਿਹਾ, ਹਾਲਾਂਕਿ ਇਹ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੀ ਕਿ ਭਾਰ ਦੇ ਕਰਕੇ ਹੀ ਸਭ ਕੁਝ ਹੋ ਰਿਹਾ, ਲੇਕਿਨ ਜੇ ਉਹ ਕਹਿੰਦੇ ਕਿ ਜੇ ਭਾਰ ਦੇ ਕਰਕੇ ਇਹ ਲੱਗਦਾ ਕਿ ਭਾਰ ਦੇ ਕਰਕੇ ਭਾਰ ਘਟਣਾ ਚਾਹੀਦਾ, ਗੱਡੀਆਂ ਦਾ ਭਾਰ, ਜਿਹੜੀ ਗੱਡੀਆਂ ਆਉਣੀਆਂ, ਵੱਡੇ ਵਾਹਨ ਵੀ ਆਉਣੇ ਆ ਔਰ ਛੋਟੇ ਵਾਹਨ ਵੀ ਆਉਣੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਣੇ ਆ, ਕਿਉਂਕਿ 42 ਲੱਖ ਜੇ ਪਿਛਲੇ ਸਾਲ ਆਏ ਤਾਂ 40 ਲੱਖ ਇਸ ਵਾਲੀ ਉਹਨਾਂ ਨੇ ਅਨੁਮਾਨ ਲਾਇਆ ਹੈ ਕਿ ਇੰਨੇ ਕੁ ਜਿਹੜੇ ਆ ਉਹ ਆਉਣਗੇ। ਤੇ ਜਿਹੜੇ 40 ਲੱਖ ਲੋਕ ਆਉਣਗੇ, ਇਹ ਜ਼ਾਹਿਰ ਹੈ ਕਿ ਕਿਸੇ ਨਾ ਕਿਸੇ ਵਾਹਨ ਦੇ ਥਰੂ ਹੀ ਆਉਣਗੇ ਨਾ। ਜੇ ਬੱਸਾਂ 'ਚ ਵੀ ਮੰਨ ਲਓ ਆਉਣਗੇ ਤੇ ਕਿਸੇ ਨਾ ਕਿਸੇ ਵਾਹਨ ਦੇ ਥਰੂ ਹੀ ਆਉਣਗੇ ਨਾ ਉਹ। ਤੇ ਉਹ ਭਾਰ ਜਿਹੜਾ ਵਧਣਾ, ਉਹ ਕਹਿੰਦੇ ਕਿ ਇਹ ਹੋ ਸਕਦਾ ਕਿ ਅਸੀਂ ਸ਼ਰਧਾਲੂਆਂ ਦੀ ਸੀਮਾ ਜਿਹੜੀ ਹੈ ਉਹ ਸੀਮਤ ਕਰ ਸਕਦੇ ਹਾਂ ਕਿ ਜੀ ਇਸ ਤੋਂ ਵੱਧ ਜਿਹੜਾ ਹੈਗਾ ਇੱਕ ਰਜਿਸਟ੍ਰੇਸ਼ਨ ਦੇ, ਕਿਉਂਕਿ ਰਜਿਸਟ੍ਰੇਸ਼ਨ ਤਾਂ ਉੱਥੇ ਹੋਣੀ ਹੈ। ਬਿਲਕੁਲ। ਤੇ ਜਿੱਤੋਂ ਇਹ ਗਿਣਤੀ ਦਾ ਅੰਦਾਜ਼ਾ ਜਿਹੜਾ ਲਾਉਣਾ ਉਹ ਬਹੁਤ ਸੌਖਾ ਹੈ। ਤੇ ਉਹ ਕਹਿੰਦੇ ਕਿ ਅਸੀਂ ਜਿਹੜੀ ਇੱਕ ਸੀਮਾ ਆ ਉਹ ਤੈਅ ਕਰ ਦਾਂਗੇ ਕਿ ਵੀ ਇਸ ਤੋਂ ਵੱਧ ਲੋਕਾਂ ਤੋਂ ਬਾਅਦ ਉਹਨਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਨੀ। ਤੇ ਹੁੰਦਾ ਇਹ ਹੈ ਕਿ ਚਾਰ ਧਾਮ ਦੀ ਯਾਤਰਾ ਜਦੋਂ ਸ਼ੁਰੂ ਹੁੰਦੀ ਹੈ ਨਾ, ਤੇ ਲੋਕ ਉਹਨੂੰ ਉਡੀਕ ਰਹੇ ਹੁੰਦੇ ਪਹਿਲਾਂ ਹੀ। ਤੇ ਜੇ ਤੁਸੀਂ ਵੈਬਸਾਈਟ ਦੇ ਥਰੂ ਉਹਨੂੰ ਯਾਤਰਾ ਨੂੰ ਆਰਗੇਨਾਈਜ਼ ਕਰਦੇ ਹੋ ਤੇ ਵੈਬਸਾਈਟ ਦੇ ਥਰੂ ਤਾਂ ਫਿਰ ਬਹੁਤ ਵਧੀਆ ਚੀਜ਼ ਹੈ। ਉਹਨਾਂ ਨੇ ਆਪਣੀ ਸ਼ੁਰੂ ਕੀਤੀ ਹੈ ਜਿਹੜੀ ਵੈਬਸਾਈਟ, ਉਹਦੇ ਤੇ ਜਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓ, ਜੋ ਮਰਜ਼ੀ ਬੁੱਕ ਕਰਾ ਲਓ, ਜਿਹੜਾ ਮਰਜ਼ੀ। ਇਹ ਤਾਂ ਉੱਥੇ ਜਾ ਕੇ ਦੇਖੋ, ਰਾਹ ਦੇ ਵਿੱਚ ਕੀ ਹੁੰਦਾ ਇਹ ਅਲੱਗ ਗੱਲ ਹੈ। ਬਿਲਕੁਲ। ਲੇਕਿਨ ਜਿਹੜੀ ਸਰਕਾਰ ਨੇ ਆਪਣੀ ਇੱਕ ਬਾਕਾਇਦਾ ਸਾਈਟ ਸ਼ੁਰੂ ਕੀਤੀ ਹੈ, ਉਹਦੇ 'ਚ ਜੇ ਤੁਸੀਂ ਜਾ ਕੇ ਕੁਝ ਬੁੱਕ ਕਰਦੇ ਹੋ ਤਾਂ ਜ਼ਾਹਿਰ ਹੈ ਕਿ ਸਰਕਾਰ ਨੇ ਜਿਹੜੀਆਂ ਸਾਈਟਾਂ ਉਹਦੇ 'ਚ ਪਾਈਆਂ ਹੋਈਆਂ, ਜਿਹੜੇ ਹੋਟਲਸ ਉੱਤੇ ਪਾਏ ਹੋਏ ਆ, ਜਿਹੜੇ ਧਰਮਸ਼ਾਲਾਵਾਂ ਉੱਤੇ ਪਾਈਆਂ ਹੋਈਆਂ, ਜਾਂ ਜਿਹੜੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉੱਤੇ ਪਾਈਆਂ ਹੋਈਆਂ, ਤੇ ਉਹ ਪੂਰੀ ਤਰ੍ਹਾਂ ਨਾਲ ਸਰਕਾਰ ਕੌਨਫੀਡੈਂਟ ਹੈ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਸੇਫ ਨੇ। ਰਾਹ ਦੇ ਵਿੱਚ ਕੀ ਹੋ ਰਿਹਾ, ਉਹ ਕਹਿ ਰਹੇ ਕਿ ਅਸੀਂ ਰਿਪੇਅਰ ਕਰਾ ਰਹੇ ਹਾਂ, ਅਸੀਂ ਸੜਕਾਂ ਰਿਪੇਅਰ ਕਰਾ ਰਹੇ ਹਾਂ, ਔਰ ਕਿਸੇ ਵੀ ਤਰ੍ਹਾਂ ਦੀ ਤੰਗੀ ਜਿਹੜੀ ਆ ਉਹ ਆਉਣ ਨਹੀਂ ਦਿੱਤੀ ਜਾਊਗੀ। ਤੇ ਸਰਕਾਰ ਤਾਂ ਆਪਣੀ ਵੱਲੋਂ ਪੂਰੀ ਉਹਨੇ ਕੋਸ਼ਿਸ਼ ਕਰਨੀ ਹੁੰਦੀ ਹੈ। ਐਂਡ 'ਚ ਜਾ ਕੇ ਕੀ ਹੁੰਦਾ, ਕਿਉਂਕਿ ਜਦੋਂ ਪਿਛਲੀ ਵਾਰੀ ਜਿਹੜੇ ਹੜ੍ਹ ਆਏ ਸੀਗੇ ਉੱਤਰਾਖੰਡ ਦੇ ਵਿੱਚ, ਕੇਦਾਰਨਾਥ ਦੇ ਨੇੜੇ, ਉਦੋਂ ਵੀ ਪਹਿਲਾਂ ਕੁਝ ਐਸਾ ਸੀਗਾ ਹੀ ਨਹੀਂ, ਕੋਈ ਇੰਡੀਕੇਸ਼ਨ ਹੀ ਨਹੀਂ ਸੀਗਾ, ਲੇਕਿਨ ਫਿਰ ਵੀ ਆ ਗਏ। ਐਤਕੀ ਤਾਂ ਇੰਡੀਕੇਸ਼ਨ ਵੀ ਹੈਗਾ, ਲੇਕਿਨ ਜੇ ਐਤਕੀ ਇੰਡੀਕੇਸ਼ਨ ਹੋਣ ਦੇ ਬਾਵਜੂਦ ਸਭ ਕੁਝ ਠੀਕ ਰਹਿੰਦਾ ਤੇ ਸਰਕਾਰ ਦੀ ਕੋਸ਼ਿਸ਼ ਨੂੰ ਤਾਂ ਵਧੀਆ ਹੀ ਮੰਨਿਆ ਜਾਏਗਾ ਨਾ। ਬਿਲਕੁਲ। ਤੇ ਉਹੀ ਸਰਕਾਰ ਹੁਣ ਤਿਆਰੀ ਕਰਾ ਰਹੀ ਹੈ ਪੂਰੀ। ਦੇਖੋ ਅੱਗੇ ਜਾ ਕੇ ਕੀ ਹੁੰਦਾ। ਜੋਸ਼ੀਮਠ ਖਿਸਕਣ ਦਾ ਜਿਹੜਾ ਸਿਲਸਿਲਾ ਹੈਗਾ 50 ਦਿਨ ਪੁਰਾਣਾ ਲਗਭਗ, ਤੇ ਉੱਥੇ ਹਾਲਾਤ ਹਜੇ ਵੀ ਉਹੀ ਹੈ। ਲੋਕੀ ਜਿਹੜੇ ਹੈਗੇ ਆ ਹੋਟਲਾਂ ਦੇ ਵਿੱਚ ਰੁਕੇ ਹੋਏ ਆ, ਕਿਸੇ ਦੇ ਘਰਾਂ ਦੇ ਵਿੱਚ ਰਹਿੰਦੇ ਪਏ, ਤੇ ਅਜਿਹੇ ਦੇ ਵਿੱਚ ਮੁਸ਼ਕਲਾਂ ਤਾਂ ਬਹੁਤ ਵਧਣਗੀਆਂ ਫਿਰ। ਹਾਂ ਦੇਖੋ, ਲੋਕਾਂ ਦਾ ਐਕਚੁਅਲੀ ਕਹਿਣਾ ਪਤਾ ਕੀ ਹੈ, ਲੋਕਾਂ ਦਾ ਕਹਿਣਾ ਇਹ ਕਿ ਸਰਕਾਰ ਇਸ ਮਾਮਲੇ ਨੂੰ ਸੀਰੀਅਸਲੀ ਨਹੀਂ ਲੈ ਰਹੀ, ਔਰ ਸਰਕਾਰ ਹਰ ਮਾਮਲੇ ਨੂੰ ਲੈ ਕੇ ਟਾਲ ਮਟੋਲ ਕਰ ਰਹੀ ਹੈ। ਔਰ ਜ਼ਾਹਿਰ ਹੈ ਕਿ ਇਹ ਆਪੋਜੀਸ਼ਨ ਨੇ ਤੇ ਇਹ ਗੱਲਾਂ ਕਹਿਣੀਆਂ ਹੀ ਆ, ਔਰ ਬਦਰੀਨਾਥ ਦੇ ਜਿਹੜੇ ਐਮਐਲਏ ਨੇ ਉਹ ਵੀ ਕਾਂਗਰਸ ਦੇ ਨੇ, ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਰਕਾਰ ਜੋ ਕੋਸ਼ਿਸ਼ ਕਰ ਰਹੀ ਹੈ ਨਾ, ਉਹ ਕਾਫੀ ਨਹੀਂ ਹੈ, ਨਾ ਕਾਫੀ ਹੈ ਉਹ ਕੋਸ਼ਿਸ਼। ਤੇ ਉਸ ਕੋਸ਼ਿਸ਼ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਲੋਕੀ ਜਿਹੜਾ ਹੈਗਾ ਉਹ ਲਾਪਰਵਾਹ ਹੋ ਕੇ ਬੈਠ ਜਾਣ ਕਿ ਕੋਈ ਗੱਲ ਨਹੀਂ ਜੀ, ਜੇ ਸਾਡੇ ਘਰ ਨਹੀਂ ਹੈਗੇ ਹੈ ਤੇ ਸਾਨੂੰ ਸਰਕਾਰ ਨੇ ਬਹੁਤ ਵਧੀਆ ਸਾਡਾ ਪ੍ਰਬੰਧ ਕਰਕੇ 900 ਪਰਿਵਾਰ ਤਕਰੀਬਨ ਜਿਹੜੇ ਹੈਗੇ ਆ ਉੱਥੇ ਇਸ ਵੇਲੇ 900 ਪਰਿਵਾਰ ਅਜਿਹੇ ਨੇ ਜਿਹੜੇ ਆਪਣੇ ਘਰ ਛੱਡ ਕੇ ਹੋਟਲਾਂ ਦੇ ਵਿੱਚ ਰਹਿ ਰਹੇ ਆ। ਤੇ ਜਿਹੜੀ ਤਾਜ਼ਾ ਰਿਪੋਰਟ ਹੈ ਉਹ ਇਹ ਹੈ ਕਿ ਜਿਹੜੇ ਉਸ ਵੇਲੇ ਪਰਿਵਾਰ ਜਿਹੜੇ ਹੋਟਲਾਂ 'ਚ ਠਹਿਰੇ ਸੀ ਉਹ ਅੱਜ ਵੀ ਉੱਥੇ ਹੀ ਨੇ। ਤੇ ਇਹ ਸਮਾਂ ਬਹੁਤ ਲੰਬਾ ਹੈ ਤੇ ਇੰਨੇ ਦਿਨ ਆਦਮੀ ਲਈ ਰਹਿਣਾ ਬਹੁਤ ਔਖਾ ਹੈ। ਤੇ ਉਹ ਹੁਣ ਜੇਕਰ ਸਰਕਾਰ ਉਹਨਾਂ ਲਈ ਕੋਈ ਪਰਮਾਨੈਂਟ ਇੰਤਜ਼ਾਮ ਨਹੀਂ ਕਰਦੀ ਤੇ ਆਪੋਜੀਸ਼ਨ ਨੇ ਤਾਂ ਸਵਾਲ ਚੁੱਕਣਾ ਹੀ ਹੈ, ਤੇ ਲੋਕ ਵੀ ਇਹਦਾ ਵਿਰੋਧ ਕਰਨਗੇ। ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਐਸਡੀਐਮ ਦਫ਼ਤਰ ਦੇ ਬਾਹਰ ਜਦੋਂ ਅਸੀਂ ਗਏ ਹਾਂ, ਉੱਥੇ ਜਿਹੜਾ ਧਰਨਾ ਲੱਗਾ ਸੀ, ਕਹਿੰਦੇ ਹੁਣ ਵੀ ਲੱਗਾ ਹੋਇਆ ਉਹ। ਤੇ ਜੇ ਹੁਣ ਵੀ ਲੱਗਾ ਤੇ ਇਹਦਾ ਮਤਲਬ ਇਹ ਹੈ ਕਿ ਸਰਕਾਰ ਦੇ ਕੀਤੇ ਕੰਮਾਂ ਤੋਂ ਜਾਂ ਸਰਕਾਰ ਦੇ ਕੀਤੇ ਪ੍ਰਬੰਧਾਂ ਦੇ ਵਿੱਚੋਂ, ਸਰਕਾਰ ਦੇ ਕੀਤੇ ਇੰਤਜ਼ਾਮਾਂ ਤੋਂ ਲੋਕ ਜਿਹੜੇ ਹੈਗੇ ਉਹ ਖੁਸ਼ ਨਹੀਂ ਆ। ਤੇ ਹੁਣ ਲੋਕ ਉਹਨਾਂ ਲੋਕਾਂ ਨੂੰ ਖਾਸ ਕਰਕੇ ਜਦੋਂ ਚਾਰ ਧਾਮ ਦੀ ਯਾਤਰਾ ਸ਼ੁਰੂ ਹੋਏਗੀ 2 ਮਹੀਨੇ ਬਾਅਦ, ਉਹ ਤਾਂ ਬਾਅਦ ਦੀ ਗੱਲ ਹੈ, ਲੇਕਿਨ ਜਿਹੜੇ ਉੱਥੇ ਲੋਕ ਜੋ ਚਾਹੁੰਦੇ ਆ ਕਿ ਚਾਰ ਧਾਮ ਦੀ ਯਾਤਰਾ ਦੌਰਾਨ ਸਾਡੇ ਕੋਲ ਇਹ ਕੁਝ ਹੋਣਾ ਚਾਹੀਦਾ, ਜਾਂ ਸਾਡੇ ਜਿਹੜੇ ਹੋਟਲ ਸੀਗੇ, ਕਿਉਂਕਿ 2 ਹੋਟਲ ਜਿਹੜੇ ਬਹੁਤ ਵੱਡੇ ਸੀਗੇ ਜਿਹੜੇ ਨਾ,
ਜਿਹੜੇ ਹੋਟਲ ਇੱਕ ਤਾਂ ਗੁਲਮੋਹਰ ਸੀਗਾ ਤੇ ਇੱਕ ਹੋਟਲ ਹੋਰ ਸੀਗਾ ਸ਼ਾਇਦ ਐਮ ਦੇ ਨਾਲ ਕੋਈ ਹੋਟਲ ਸੀਗਾ, ਉਹ ਵੀ ਉਹ ਬਹੁਤ ਵੱਡੇ ਹੋਟਲ ਸੀਗੇ ਜਿਹੜੇ ਗਿਰਾਏ ਗਏ ਸੀਗੇ, ਕਿਉਂਕਿ ਸਰਕਾਰ ਨੇ ਜਿਹੜਾ ਡਿਮੋਲਿਸ਼ ਦਾ ਕੰਮ ਜਿਹੜਾ ਨਾ ਉਹਨਾਂ ਹੋਟਲਾਂ ਤੋਂ ਹੀ ਸ਼ੁਰੂ ਕੀਤਾ ਸੀਗਾ। ਉਹ ਹੋਟਲਾਂ ਨੂੰ ਢਾਹਣ ਦਾ ਕੰਮ ਸ਼ੁਰੂ ਕੀਤਾ ਗਿਆ, ਪੂਰਾ ਸੇਫ ਕਰਕੇ ਸਾਰੇ ਪਾਸੇ ਬੰਦ ਕਰ ਦਿੱਤੇ ਗਏ ਸੀਗੇ, ਪੂਰੀਆਂ ਜਿਹੜੀਆਂ ਮਸ਼ੀਨਾਂ ਲਗਾ ਕੇ ਲੋਕ ਡਿਜ਼ਾਸਟਰ ਮੈਨੇਜਮੈਂਟ ਦੇ ਲੋਕ ਸੀਗੇ ਜਿਹੜੇ ਉਸ ਹੋਟਲ ਨੂੰ ਤੋੜਨ ਵਾਸਤੇ ਸਪੈਸ਼ਲੀ ਉੱਥੇ ਆਏ ਹੋਏ ਸੀਗੇ। ਤੇ ਉਹ ਹੋਟਲ ਢਾਹਣ ਦਾ ਜਿਹੜਾ ਉਹ ਮਕਸਦ ਹੀ ਪ੍ਰਸ਼ਾਸਨ ਦਾ ਇਹੀ ਸੀਗਾ ਕਿ ਇਸ ਪਹਾੜੀ ਤੇ ਭਾਰ ਜਿਹੜਾ ਘਟਾਇਆ ਜਾ ਸਕੇ, ਕਿਉਂਕਿ ਜਿਹੜਾ ਰਾਹ ਜੋਸ਼ੀਮਠ ਤੋਂ ਹੋ ਕੇ ਬਦਰੀਨਾਥ ਨੂੰ ਜਾਂਦਾ ਹੈ ਉਹ ਰਾਹ ਹੀ ਇੰਨਾ ਕੁ ਐਡੇ ਟੇਢੇ ਮੋੜ ਹੈ, ਉਹਦੇ ਵਿੱਚ ਇੰਨੇ ਕੁ ਤਿੱਖੇ ਮੋੜ ਹੈ ਕਿ ਆਮ ਬੰਦਾ ਜੇ ਦੇਖਿਆ ਜਾਵੇ ਤਾਂ ਉੱਥੇ ਗੱਡੀ ਵੀ ਨਹੀਂ ਚਲਾ ਸਕਦਾ। ਯਾਨੀ ਤੁਸੀਂ ਇਹ ਮੰਨ ਕੇ ਚੱਲੋ ਕਿ ਜੋਸ਼ੀਮਠ ਜਿਹੜਾ ਹੈਗਾ ਬਹੁਤ ਤਿਰਛਾ ਵਸਿਆ ਹੋਇਆ, ਬਹੁਤ ਤਿਰਛਾ ਵਸਿਆ ਹੋਇਆ। ਜੇ ਥੋੜਾ ਜਿਹਾ ਵੀ ਉੱਥੇ ਕੁਛ ਹਿਲਜੁਲ ਹੁੰਦੀ ਹੈ ਜਾਂ ਕੋਈ ਦਰਾਰਾਂ ਆਉਂਦੀਆਂ ਜਾਂ ਕੋਈ ਅਜਿਹਾ ਹੁੰਦਾ ਤੇ ਉੱਥੇ ਉਹ ਉੱਥੋਂ ਲੰਘ ਪਾਉਣਾ ਜਿਹੜਾ ਨਾ ਉਹ ਮੁਸ਼ਕਲ ਹੈ। ਫਿਰ ਇਸੇ ਕਰਕੇ ਸ਼ਾਇਦ ਲੋਕੀ ਚਿੰਤਤ ਨੇ, ਉੱਥੇ ਦੇ ਲੋਕਾਂ ਨੇ ਇਸੇ ਗੱਲ ਤੇ ਆਵਾਜ਼ NTPC ਜਿਹੜੀ ਹੈਗੀ ਹੈ ਉਹਦੇ ਖਿਲਾਫ ਬਕਾਇਦਾ ਲਿਖ ਕੇ ਪੋਸਟ ਜਿਹੜੇ ਹੈਗੇ ਆ ਕੰਪਿਊਟਰ ਤੋਂ ਪ੍ਰਿੰਟ ਕੱਢ ਕੇ ਆਪਣੀ ਦੁਕਾਨਾਂ ਦੇ ਬਾਹਰ ਦੇ ਸ਼ੀਸ਼ਿਆਂ ਤੇ ਚਿਪਕਾਏ ਹੋਏ ਆ ਕਿ ਇਹਨਾਂ ਨੂੰ ਭਜਾਓ ਇੱਥੋਂ, ਇਸ ਕੰਪਨੀ ਨੂੰ ਭਜਾਓ ਇੱਥੋਂ। ਤੇ ਉਹ ਕੰਪਨੀ ਉਹੀ ਜਿਹੜੀ ਤਪੋਵਨ ਬਿਜਲੀ ਜਿਹੜਾ ਪਨ ਬਿਜਲੀ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ, ਉਹੀ ਸੁਰੰਗ ਬਣਾ ਰਹੀ ਹੈ। ਉਹਨਾਂ ਦਾ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਆਹ ਸੁਰੰਗ ਹੈਗੀ ਹੈ ਇਹ ਕੱਟਣ ਕਰਕੇ ਵੱਡੀਆਂ ਭਾਰੀਆਂ ਮਸ਼ੀਨਾਂ ਦੇ ਕਾਰਨ ਪਹਾੜੀ ਕੱਟਣ ਕਰਕੇ ਇਹ ਸਭ ਕੁਝ ਹੋ ਰਿਹਾ। ਬਲਾਸਟ ਕਰਦੇ ਆ, ਇਹ ਪਹਾੜੀ ਉਡਾਉਣ ਵਾਸਤੇ ਬਲਾਸਟ ਕਰਦੇ ਆ। ਤੇ ਉਹ ਸਭ ਕੁਝ ਨਾ ਹੋਵੇ ਤੇ ਇਹ ਜਿਹੜੀ ਮੁਸੀਬਤ ਇਹਨਾਂ ਤੇ ਆਈ ਹੈ, ਲੋਕਾਂ ਦਾ ਇਹ ਕਹਿਣਾ ਕਿ ਉਹ ਸਾਡੇ ਤੇ ਨਹੀਂ ਆਉਣੀ ਸੀ ਜੇ ਇਹ ਸਭ ਕੁਝ ਨਾ ਹੁੰਦਾ। ਜਿਵੇਂ ਗੱਲ ਕੀਤੀ ਚਾਰ ਧਾਮ ਯਾਤਰਾ ਦੀ, ਜਿਹੜੇ ਜੋਸ਼ੀਮਠ ਦੇ ਹੋਟਲ ਦੇ ਮਾਲਕ ਹੈਗੇ ਆ ਉਹ ਪਹਿਲਾਂ ਕੀ ਕਰਦੇ ਸੀ ਕਿ ਜਦੋਂ ਪਤਾ ਯਾਤਰਾ ਆਉਣ ਵਾਲੀ ਹੈ ਤਿਆਰੀਆਂ ਸ਼ੁਰੂ ਕਰ ਦਿੰਦੇ ਸੀ, ਰਿਪੇਅਰ ਕਰਵਾਉਂਦੇ ਸੀ, ਪੇਂਟ ਵਗੈਰਾ ਕਰਵਾਉਂਦੇ ਸੀ। ਇਸ ਵਾਰ ਤੇ ਉਹ ਵੀ ਹੱਥ 'ਤੇ ਹੱਥ ਰੱਖ ਕੇ ਬੈਠੇ ਹੋਏ ਆ ਕਿ ਇਹ ਨਾ ਹੋਵੇ ਕਿ ਫਾਇਦਾ ਤਾਂ ਪਤਾ ਨਹੀਂ, ਜੋ ਪੈਸੇ ਲਗਾਏ ਉਸ ਦਾ ਵੀ ਨੁਕਸਾਨ ਹੋ ਜਾਏ। ਉੱਤਰਾਖੰਡ ਦੇ ਜਿਹੜੇ ਟੂਰਿਜ਼ਮ ਮੰਤਰੀ ਹੈਗੇ ਆ ਨਾ ਸਤਪਾਲ ਮਹਾਰਾਜ, ਉਹਨਾਂ ਨੇ ਬਕਾਇਦਾ 24 ਫਰਵਰੀ ਨੂੰ ਇੱਕ ਮੀਟਿੰਗ ਕੀਤੀ ਸੀਗੀ ਇਸੇ ਗੱਲ ਨੂੰ ਲੈ ਕੇ, ਕਿਉਂਕਿ ਜ਼ਾਹਿਰ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਹ ਸੈਰ ਸਪਾਟਾ ਮੰਤਰੀ ਦੀ ਹੈ। ਆਪਾਂ ਪੰਜਾਬੀ 'ਚ ਸੈਰ ਸਪਾਟਾ, ਉੱਦਾਂ ਟੂਰਿਜ਼ਮ ਮੰਤਰੀ ਇੰਗਲਿਸ਼ 'ਚ ਕਹਿ ਦਿੰਦੇ ਆ, ਤੇ ਪਰਿਵਾਹਨ ਮੰਤਰੀ ਜਿਹੜਾ ਹੈ ਉਹ ਹਿੰਦੀ 'ਚ ਕਹਿ ਦਿੰਦੇ ਆ। ਤੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਸੀਗੀ ਤੇ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਹੀ ਪੂਰੀ ਗੱਲ ਕਹੀ ਸੀਗੀ ਕਿ ਅਸੀਂ ਤਿਆਰੀ ਪੂਰੀ ਕਰਨੀ ਹੈ। ਸਾਰੇ ਵਿਭਾਗਾਂ ਨੂੰ ਬਕਾਇਦਾ ਇਹ ਹੁਕਮ ਦਿੱਤੇ ਗਏ ਸੀਗੇ ਕਿ ਕੋਈ ਵੀ ਵਿਭਾਗ ਇਹ ਸਮਝ ਕੇ ਇਹ ਮੰਨ ਕੇ ਨਾ ਚੱਲੇ ਕਿ ਸਭ ਕੁਝ ਠੀਕ ਠਾਕ ਹੈ ਤੇ ਅਸੀਂ ਕੁਝ ਨਹੀਂ ਕਰਨਾ, ਸਾਡੀ ਤਾਂ ਲੋੜ ਨਹੀਂ ਪੈਣੀ। ਉਹ ਕਹਿੰਦੇ ਕਿ ਹਰ ਵਿਭਾਗ ਨੂੰ ਜਿਹੜਾ ਸੰਬੰਧਿਤ ਵਿਭਾਗ ਜਿਹੜਾ ਹੈਗਾ ਉਸ ਨੂੰ ਚੌਕਸ ਰਹਿਣਾ ਪੈਣਾ। ਜੇਕਰ ਕਿਸੇ ਤਰ੍ਹਾਂ ਕਿਸੇ ਵੇਲੇ ਵੀ ਕਿਸੇ ਵੀ ਵਿਭਾਗ ਦੀ ਲੋੜ ਜਿਹੜੀ ਹੈ ਉਹ ਪੈਂਦੀ ਹੈ ਤੇ ਉਹ ਨੂੰ ਆਉਣ ਜਾਣ ਦਾ ਟਾਈਮ ਨਹੀਂ ਵੇਸਟ ਹੋਣਾ ਚਾਹੀਦਾ। ਜਿਹੜੇ ਤੁਹਾਨੂੰ ਸਪੌਟ ਲੱਗਦੇ ਆ ਕਿ ਇਸ ਸਪੌਟ ਦੇ ਵਿੱਚ ਲੋੜ ਪੈ ਸਕਦੀ ਹੈ, ਉੱਥੇ ਟੀਮ ਕੈਂਪ ਲਾਵੇ, ਉੱਥੇ ਰੁਕੇ, ਉੱਥੇ ਰਵੇ। ਕਿਆ ਇੰਤਜ਼ਾਮ ਕਰਨਾ ਹੈ ਇਹ ਉਸ ਵਿਭਾਗ ਦਾ ਕੰਮ ਹੈ। ਲੇਕਿਨ ਜਿਹੜੇ ਮੰਤਰੀ ਹੈਗੇ ਉਹਨਾਂ ਨੇ ਸਾਫ਼ ਹੁਕਮ ਦਿੱਤੇ ਹੈ ਕਿ ਸਾਨੂੰ ਕਿਸੇ ਤਰ੍ਹਾਂ ਦੀ ਲੋਕਾਂ ਦੀ ਕੋਈ ਵੀ ਸ਼ਿਕਾਇਤ ਜਿਹੜੀ ਹੈ ਉਹ ਨਹੀਂ ਆਉਣੀ ਚਾਹੀਦੀ, ਔਰ ਚਾਰ ਧਾਮ ਦੀ ਯਾਤਰਾ ਜਿੱਦਾਂ ਪਹਿਲਾਂ ਸਮੂਥਲੀ ਚੱਲਦੀ ਹੈ ਉੱਦਾਂ ਹੀ ਇਹ ਚੱਲਣੀ ਚਾਹੀਦੀ ਹੈ। ਔਰ ਕੈਪੈਸਿਟੀ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਉਹ ਕਹਿੰਦੇ ਸੀ ਲੋਕੇਸ਼ਨ ਦੀ ਜਿਹੜੀ ਕੈਪੈਸਿਟੀ ਹੈ ਇਸ ਦਾ ਵੀ ਖਾਸ ਖਿਆਲ ਰੱਖਿਆ ਜਾਏ। ਲੋਕੇਸ਼ਨ ਦੀ ਕੈਪੈਸਿਟੀ ਮੀਨ ਦਾ ਮਤਲਬ ਉਹਨਾਂ ਦਾ ਕਹਿਣਾ ਸੀਗਾ ਕਿ ਜਿੱਦਾਂ ਮੰਨ ਲਓ ਕਿ ਇੱਕ ਐਸੀ ਜਗ੍ਹਾ ਆ ਕਿ ਜਿੱਥੇ ਲੱਗਦਾ ਕਿ ਜੇ ਇੱਥੇ ਭਾਰ ਪੈਂਦਾ ਜਾਂ ਲੋਕੀ ਜ਼ਿਆਦਾ ਇਕੱਠੇ ਹੁੰਦੇ ਆ ਤੇ ਉਹ ਥਾਂ ਜਿਹੜੀ ਹੈ ਉਹ ਖਤਰਨਾਕ ਹੋ ਸਕਦੀ ਹੈ। ਤੇ ਲੋਕ ਉਹਨਾਂ ਨੇ ਕੀ ਕਰਨਾ ਕਿ ਉਸ ਥਾਂ ਤੇ ਤੋਂ ਪਿੱਛੇ ਹੀ ਭੀੜ ਜਿਹੜੀ ਆ ਉਹ ਰੋਕ ਦੇਣੀ ਹੈ ਤੇ ਉੱਥੋਂ ਕੁਝ ਗਿਣਤੀ 'ਚ ਲੋਕ ਲੰਘਣਗੇ, ਉਹ ਜਦੋਂ ਵਾਪਸ ਆ ਜਾਣਗੇ ਜਾਂ ਉੱਥੋਂ ਲੰਘ ਜਾਣਗੇ, ਉਸ ਖਤਰਨਾਕ ਉਸ ਡੇਂਜਰ ਜ਼ੋਨ ਤੋਂ ਨਿਕਲ ਜਾਣਗੇ ਤੇ ਫਿਰ ਦੂਜਾ ਜਿਹੜਾ ਜੱਥਾ ਹੈ ਉਹ ਤੋੜਿਆ ਜਾਏਗਾ। ਮਤਲਬ ਇਹ ਜਿਹੜਾ ਹੈਗਾ ਲੋਕੇਸ਼ਨ ਜਿਹੜੀ ਉਹ ਕੁਝ ਪੁਆਇੰਟ ਹੈਗੇ ਜਿਹੜੇ ਉਹ ਉਸ ਨੂੰ ਆਈਡੈਂਟੀਫਾਈ ਕਰਕੇ ਤੇ ਉਸ 'ਤੇ ਉਹ ਇਸ ਚੀਜ਼ ਨੂੰ ਧਿਆਨ ਰੱਖਣਗੇ ਕਿ ਕਿਤੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਜਿਹੜੀ ਹੈਗੀ ਉਹ ਨਾ ਹੋ ਜਾਵੇ। ਇਹ ਮਤਲਬ ਉਹ ਮੰਤਰੀ ਨੇ ਜਿਹੜੀ ਮੀਟਿੰਗ ਕੀਤੀ ਹੈ ਉਹਦੇ 'ਚ, ਔਰ ਜ਼ਾਹਿਰ ਹੈ ਕਿ ਜਦੋਂ ਮੰਤਰੀ ਨੇ ਮੀਟਿੰਗ ਕੀਤੀ ਤੇ ਜਿਹੜੇ ਅਫਸਰ ਹੈਗੇ ਆ, ਜਿਹੜੇ ਲੋਕਲ ਅਫਸਰ ਜਿਹੜੇ ਰੋਜ਼ਾਨਾ ਇਸ ਚੀਜ਼ ਦਾ ਸਾਹਮਣਾ, ਕਿਉਂਕਿ ਜਿਹੜੀ ਸਰਕਾਰ ਹੈਗੀ ਹੈ ਉਹ ਤਾਂ ਉੱਥੇ ਹਰ ਵੇਲੇ ਨਹੀਂ ਬੈਠੀ ਹੁੰਦੀ ਤੇ ਕਿਉਂਕਿ ਡਿਸਟ੍ਰਿਕਟ ਵੀ ਚਮੋਲੀ ਹੈ ਤੇ ਉਹਦੇ DC ਜਿਹੜੇ ਹੈਗੇ ਉਹ ਵੀ 50 ਕਿਲੋਮੀਟਰ ਦੂਰ ਬੈਠਦੇ। ਜੋਸ਼ੀਮਠ ਤੋਂ 50 ਕਿਲੋਮੀਟਰ ਹੈ ਪੂਰਾ ਜਿਹੜਾ ਚਮੋਲੀ ਹੈ ਨਾ, ਚਮੋਲੀ ਡਿਸਟ੍ਰਿਕਟ ਦਾ ਇਹ ਮਤਲਬ ਕਸਬਾ ਹੈਗਾ, ਇਹ ਸ਼ਹਿਰ ਹੈ। ਔਰ ਇੰਪੋਰਟੈਂਟ ਇਸ ਕਰਕੇ ਕਿਉਂਕਿ ਚਾਰ ਧਾਮ ਦੀ ਯਾਤਰਾ ਦੇ ਵਿੱਚ ਇਹਦਾ ਪੜਾਅ ਆ, ਇਹਦਾ ਰਾਹ ਆ, ਤੇ ਇਸ ਕਰਕੇ ਹਾਲਾਂਕਿ ਚਮੋਲੀ ਡਿਸਟ੍ਰਿਕਟ ਦੇ ਵਿੱਚ ਇਹੀ ਨਹੀਂ ਇੱਕ ਅਜਿਹਾ ਹੋਣਾ,
ਹੋਰ ਵੀ ਕਈ ਰਾਹ ਹੋਣੇ, ਲੇਕਿਨ ਇਹ ਪੋਪੂਲਰ ਸਿਰਫ ਇਸੇ ਕਰਕੇ ਹੈ ਜੋਸ਼ੀ ਮੱਠ ਕਿ ਉੱਥੇ ਚਾਰ ਧਾਮ ਦੀ ਯਾਤਰਾ ਦੇ ਵਿੱਚ ਇਹ ਇੱਕ ਵੱਡਾ ਪੜਾਅ ਆ। ਹੂੰ ਤੇ ਹੁਣ ਉੱਥੇ ਹੀ ਇਹ ਜਿਹੜੀ ਪ੍ਰੋਬਲਮਸ ਇਹ ਕ੍ਰੀਏਟ ਹੋ ਰਹੀਆਂ, ਤੇ ਜਿਸ ਕਰਕੇ ਸਰਕਾਰ ਇਸ ਨੂੰ ਲੈ ਕੇ ਕਾਫੀ ਸੀਰੀਅਸ ਹੋਈ ਹੈ। ਔਰ ਇਹ ਤਾਂ ਹੋ ਨਹੀਂ ਸਕਦਾ ਕਿ ਜੇ ਪਿਛਲੀ ਵਾਰੀ ਜੇ ਕੋਈ ਵੱਡੀ ਗੱਲ ਨਾ ਹੋ ਜਾਵੇ ਤੇ ਚਾਰ ਧਾਮ ਦੀ ਯਾਤਰਾ ਰੱਦ ਕਰਤੀ ਜਾਵੇ ਜਾਂ ਕੋਈ, ਕਿਉਂਕਿ ਰਜਿਸਟ੍ਰੇਸ਼ਨ ਹੋ ਰਹੀ ਹੈ। ਰਜਿਸਟ੍ਰੇਸ਼ਨ ਜਦੋਂ ਹੋ ਗਈ ਹੈ 1.5-2 ਲੱਖ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਹੈ, ਤੇ ਹੁਣ ਇਹ ਨਹੀਂ ਹੋ ਸਕਦਾ ਕਿ ਚਾਰ ਧਾਮ ਦੀ ਯਾਤਰਾ ਨਾ ਹੋਵੇ। ਹਾਂ, ਇਹ ਜ਼ਰੂਰ ਹੈ ਕਿ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਉਹਨਾਂ ਦੇ ਰਸਤਿਆਂ 'ਚ ਆਉਣ ਵਾਲੀਆਂ ਜਿਹੜੀਆਂ ਔਂਕੜਾਂ ਨੇ, ਜਿਹੜੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਦੂਰ ਕਰਨ ਲਈ ਥੋੜ੍ਹੀ ਤੇਜ਼ੀ ਦਿਖਾਣੀ ਪੈਣੀ ਹੈ, ਕਿਉਂਕਿ 22 ਅਪ੍ਰੈਲ ਤੋਂ ਪਹਿਲਾਂ ਹੀ ਇਹ ਸਭ ਕੁਝ ਜਿਹੜਾ ਉਹ ਕਰਨਾ ਪੈਣਾ ਹੈ। ਜੋ ਪਿਛਲੇ ਸਾਲ ਚਾਰ ਧਾਮ ਦੀ ਯਾਤਰਾ ਸੀ ਉਹਦੀ ਕੀ ਪੋਜੀਸ਼ਨ ਸੀ, ਥੋੜਾ ਉਹਦੇ ਬਾਰੇ ਚ ਦੱਸ ਦਿਓ। ਪਿਛਲੇ ਸਾਲ ਮੈਂ ਤੁਹਾਨੂੰ ਦੱਸਿਆ ਕਿ 40-42 ਲੱਖ ਲੋਕ ਜਿਹੜੇ ਆ ਉਹ ਆਏ ਸੀਗੇ। ਉਹਦੇ 'ਚ ਕੇਦਾਰਨਾਥ ਜਿਹੜਾ ਹੈਗਾ, ਕੇਦਾਰਨਾਥ ਧਾਮ, ਉਹ 14 ਤੋਂ ਸਵਾ 14 ਲੱਖ ਲੋਕ ਆਏ ਸੀਗੇ। ਬਦਰੀਨਾਥ ਜਿਹੜਾ ਸੀਗਾ ਉਹ 15 15 ਲੱਖ ਲੋਕ ਆਏ ਸੀਗੇ। ਯਮਨੋਤਰੀ ਧਾਮ ਦੇ ਵਿੱਚ 4-4.5 ਲੱਖ, ਪੌਣੇ 5 ਲੱਖ ਲੋਕ ਆਏ ਸੀਗੇ। ਗੰਗੋਤਰੀ ਧਾਮ ਦੇ ਵਿੱਚ 6 ਲੱਖ ਲੋਕ ਆਏ ਸੀਗੇ। ਤੇ ਹੇਮਕੁੰਡ ਸਾਹਿਬ ਵੀ ਕਿਉਂਕਿ ਉਸੇ ਰੂਟ ਤੇ ਹੈ ਤੇ ਉੱਥੇ 2 ਲੱਖ ਲੋਕ ਉਦੋਂ ਆਏ ਸੀਗੇ। ਤੇ ਇਹ ਜਿਹੜੀ ਯਾਤਰਾ ਹੈਗੀ ਇਸੇ ਕਰਕੇ ਇੰਨੀ ਇੰਪੋਰਟੈਂਟ ਹੈ ਕਿ 5 ਤਕਰੀਬਨ ਜਿਹੜੇ ਹੈਗੇ ਆ ਧਾਰਮਿਕ ਵੱਡੇ ਜਿਹੜੇ ਧਾਮ ਹੈਗੇ ਆ ਉਹ ਇਸੇ ਰਾਹ ਤੇ ਪੈਂਦੇ ਆ। ਤਕਰੀਬਨ ਇਸੇ ਰਾਹ ਤੇ ਜਦੋਂ ਪੈਂਦੇ ਤਾਂ ਇਹ ਰੂਟ ਜਿਹੜਾ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਜੋਸ਼ੀ ਮੱਠ ਨੂੰ ਇਸੇ ਕਰਕੇ ਜ਼ਿਆਦਾ ਚਰਚਾ ਦੇ ਵਿੱਚ ਜੋਸ਼ੀ ਮੱਠ ਹੈ ਕਿਉਂਕਿ ਇਹ ਰੂਟ ਬੜਾ ਨਾ ਇੰਪੋਰਟੈਂਟ ਹੈ। ਹੁਣ 25 ਅਪ੍ਰੈਲ ਨੂੰ ਜਿਹੜੇ ਕਪਾਟ ਹੈਗੇ ਆ ਕੇਦਾਰਨਾਥ ਦੇ ਖੁੱਲਣ ਜਾ ਰਹੇ ਆ ਜੀ, ਠੀਕ ਹੈ ਜੀ। ਤੇ ਜਿਹੜੇ ਬਦਰੀਨਾਥ ਧਾਮ ਹੈਗਾ ਉਹਦਾ 27 ਨੂੰ ਖੁੱਲਣ ਜਾ ਰਹੇ ਆ। ਇਸੇ ਤਰ੍ਹਾਂ ਇਹ ਗੰਗੋਤਰੀ, ਯਮਨੋਤਰੀ, ਇਹ ਸਾਰੇ ਜਿਹੜੇ ਧਾਮ ਹੈਗੇ ਨਾ ਉਸੇ ਦੌਰਾਨ ਖੁੱਲਣ ਜਾ ਰਹੇ। ਵੈਬਸਾਈਟ ਸ਼ੁਰੂ ਕੀਤੀ ਗਈ ਹੈ ਤੇ ਬਕਾਇਦਾ WhatsApp ਨੰਬਰ ਹੈਗਾ, ਟੋਲ ਫ੍ਰੀ ਨੰਬਰ, ਇਹ ਸਾਰੇ ਜਿਹੜੇ ਹੈਗੇ ਸਰਕਾਰ ਨੇ ਇਹਦੇ ਇੰਤਜ਼ਾਮ ਕੀਤੇ ਹੋਏ ਆ। ਔਰ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਤਰ੍ਹਾਂ ਵੀ ਇਹ ਯਾਤਰਾ ਤੇ ਕਿਸੇ ਤਰ੍ਹਾਂ ਲੋਕਾਂ ਦਾ ਇਹ ਡਰ ਬਣ ਜਾਵੇ ਕਿ ਇਹ ਯਾਤਰਾ ਐਤਕੀ ਸੇਫ ਨਹੀਂ ਹੈਗੀ, ਕਿਉਂਕਿ ਪਹਿਲਾਂ ਉੱਤਰਾਖੰਡ 'ਚ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਕਿ ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਇਹ ਸਭ ਕੁਝ ਹੋ ਚੁੱਕਿਆ। ਇਸ ਕਰਕੇ ਇਹ ਸਾਰੀ ਚੀਜ਼ਾਂ ਜਿਹੜੀ ਲੈ ਕੇ ਲੋਕਾਂ ਨੂੰ ਭਰੋਸਾ ਦਿਵਾਉਣਾ, ਕੌਨਫੀਡੈਂਸ 'ਚ ਲੈਣਾ ਬਹੁਤ ਜ਼ਰੂਰੀ ਹੈ। ਔਰ ਸਰਕਾਰ ਇਹ ਕੰਮ ਕਰ ਰਹੀ ਹੈ। ਤੇ ਚਾਰ ਧਾਮ ਦੀ ਯਾਤਰਾ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਚਾਰ ਧਾਮ ਦੀ ਯਾਤਰਾ ਤੋਂ ਪਹਿਲਾਂ ਸਰਕਾਰ ਅਜਿਹਾ ਕੁਛ ਨਾ ਕਰੇ ਜਿਹਦੇ ਨਾਲ ਚਾਰ ਧਾਮ ਦੀ ਯਾਤਰਾ 'ਤੇ ਅਸਰ ਪਵੇ। ਔਰ ਚਾਰ ਧਾਮ ਦੀ ਯਾਤਰਾ ਤਾਂ ਬਹੁਤ ਵੱਡੀ ਯਾਤਰਾ ਜਿਹੜੀ ਮੰਨੀ ਜਾਂਦੀ ਹੈ। ਚਾਰ ਧਾਮ ਕਹਿੰਦੇ ਨੇ ਕਿ ਜੇ ਮੋਕਸ਼ ਦਾ ਰਾਹ ਹਿੰਦੂਆਂ ਦੇ ਵਿੱਚ ਕਿਹਾ ਜਾਂਦਾ ਕਿ ਜੇ ਮੋਕਸ਼ ਦਾ ਰਾਹ ਤੁਸੀਂ ਖੋਲ੍ਹਣਾ ਤੇ ਹਰ ਕੋਈ ਤਾਂ ਚਾਰ ਧਾਮ ਦੀ ਯਾਤਰਾ ਨਹੀਂ ਜਾ ਪਾਉਂਦਾ, ਲੇਕਿਨ ਜਿਹੜਾ ਜਾ ਸਕਦਾ ਮਤਲਬ ਉਹ ਜ਼ਰੂਰ ਜਾ ਕੇ ਆਵੇ। ਉਹਨੂੰ ਕਿਹਾ ਜਾਂਦਾ ਕਿ ਉਹ ਮੋਕਸ਼ ਦਾ ਜਿਹੜਾ ਰਾਹ ਆ ਉਹ ਚਾਰ ਧਾਮ ਦੀ ਯਾਤਰਾ ਮੋਕਸ਼ ਦਾ ਰਾਹ ਖੋਲ੍ਹਦੀ ਹੈ। ਤੇ ਹੁਣ ਮੋਕਸ਼ ਦਾ ਰਾਹ ਜੇ ਉੱਤਰਾਖੰਡ ਦੇ ਵਿੱਚ ਜਾ ਕੇ ਖੁੱਲਦਾ, ਜ਼ਾਹਿਰ ਹੈ ਕਿ ਉੱਤਰਾਖੰਡ ਹੀ ਜਾਣਾ ਪੈਣਾ। ਤੇ ਉੱਤਰਾਖੰਡ ਦੇ ਵਿੱਚ ਐਤਕੀ ਇਹ ਆਪਦਾ ਆਈ ਹੋਈ ਹੈ। ਤੇ ਦੇਖੋ ਹੁਣ ਈਸ਼ਵਰ ਕੀ ਮੰਨਦੇ ਆ, ਕੀ ਉੱਥੇ ਦੀ ਸਰਕਾਰ ਕਰਦੀ ਹੈ, ਲੋਕ ਸ਼ਰਧਾਲੂ ਕੀ ਸੋਚਦੇ ਨੇ, ਕਿਉਂਕਿ ਹਜੇ 1.5-2 ਮਹੀਨੇ ਦਾ, ਪੌਣੇ 2 ਮਹੀਨੇ ਦਾ ਟਾਈਮ ਹਜੇ ਹੈਗਾ। ਤੇ ਸਰਕਾਰ ਉਹਦੇ 'ਚ ਕੀ ਕਰਦੀ, ਲੋਕਾਂ ਦਾ ਰੁਖ ਕੀ ਹੁੰਦਾ, ਕਿਉਂਕਿ ਸਮਾਂ ਥੋੜ੍ਹਾ ਜ਼ਿਆਦਾ, ਸਮਾਂ ਕਾਫੀ ਹੈ। ਤੇ ਉਸ ਦੌਰਾਨ ਵੀ ਦੇਖਾਂਗੇ ਕਿ ਜੇ ਕੁਛ ਅਜਿਹਾ ਵੱਡਾ ਮੋੜ, ਕੋਈ ਵੱਡਾ ਫੈਸਲਾ ਹੁੰਦਾ ਸਰਕਾਰ ਵੱਲੋਂ ਜਾਂ ਯਾਤਰੀਆਂ ਵੱਲੋਂ ਜੇ ਫੈਸਲਾ ਹੁੰਦਾ ਤੇ ਫਿਰ ਆਪਾਂ ਇੱਕ ਵਾਰੀ ਫੇਰ ਅੱਜ ਦਾ ਮੁੱਦਾ ਦੇ ਵਿੱਚ ਉਹ ਚੀਜ਼ ਸ਼ਾਮਲ ਕਰ ਲਾਂਗੇ, ਔਰ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ। ਹਜੇ ਫਿਲਹਾਲ ਪ੍ਰਸ਼ਾਸਨ ਇਸ ਗੱਲ ਨੂੰ ਮੰਨਣ ਨੂੰ ਜਿਹੜੀ ਹੈ ਉਹ ਤਿਆਰ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ। ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜੋ ਵੀ ਉਹ ਜਿਹੜਾ ਪਾੜ ਪਿਆ ਸੜਕ ਦੇ ਵਿੱਚ, ਜਿਹੜਾ ਟੋਇਆ ਪਿਆ 10 ਫੁੱਟ ਦਾ, ਡੂੰਘਾ 10 ਫੁੱਟ ਦਾ ਪਿਆ, ਉਹ ਕਹਿੰਦੇ ਉਹ ਅਸੀਂ ਪੱਥਰ ਭਰ ਰਹੇ ਹਾਂ ਉਹਦੇ 'ਚ। ਹਾਲਾਂਕਿ ਪਹਾੜੀ ਇਲਾਕਾ ਹੈ, ਹੋ ਵੀ ਸਕਦਾ ਕਿ ਥੱਲੇ ਕੁਛ ਪਹਾੜ ਦਾ ਕੋਈ ਐਸਾ ਕੁਦਰਤੀ ਕੋਈ ਪਹਾੜ ਦੇ ਵਿੱਚ ਤਰੇੜ ਆ ਗਈ ਹੋਵੇ ਤਾਂ ਪਾੜ ਪੈ ਗਿਆ ਹੋਵੇ। ਕਿਉਂਕਿ ਜੇ ਇਹ ਮੰਨ ਲਓ ਕਿ ਉੱਥੇ ਹੋਇਆ ਤੇ ਇਹ ਕਿਤੇ ਵੀ ਹੋ ਸਕਦਾ ਹੈ, ਕਿਉਂਕਿ ਪਹਾੜੀ ਇਲਾਕਾ ਹੈ, ਉਹ ਇਨਸਾਨ ਦੀ ਜਿਹੜਾ ਆ ਸੋਚ ਔਰ ਪਕੜ ਤੋਂ ਬਾਹਰ ਹੈ। ਸਾਇੰਸ ਇੱਕ ਆਪਣੀ ਜਗ੍ਹਾ ਹੈ, ਲੇਕਿਨ ਕੁਦਰਤੀ ਜਿਹੜੀ ਤਾਕਤ ਹੈ ਉਹ ਆਪਣੀ ਜਗ੍ਹਾ ਹੈ। ਤੇ ਹਜੇ ਫਿਲਹਾਲ ਬਹੁਤ ਜਲਦੀ ਹੋਊਗਾ ਇਹ ਕਹਿਣਾ ਕਿ ਚਾਰ ਧਾਮ ਦੀ ਯਾਤਰਾ 'ਤੇ ਇਹਦਾ ਕੀ ਅਸਰ ਪਊਗਾ। ਇਹ ਜ਼ਰੂਰ ਹੈ ਕਿ ਜਿਹੜਾ ਹੁਣ ਤਾਜ਼ਾ ਟੋਇਆ ਜਿਹੜਾ ਪਿਆ ਵਾ ਉਹਨੂੰ ਲੈ ਕੇ ਇੱਕ ਵਾਰ ਫੇਰ ਤੋਂ ਜੋਸ਼ੀ ਮੱਠ ਦੇ ਲੋਕ ਉਹ ਚਿੰਤਤ ਹੋ ਗਏ, ਔਰ ਜੋਸ਼ੀ ਮੱਠ ਦੇ ਲੋਕ ਇਹਨੂੰ ਲੈ ਕੇ ਕਾਫੀ ਆਵਾਜ਼ ਚੱਕ ਰਹੇ ਕਿ ਸਰਕਾਰ ਹੁਣ ਸੀਰੀਅਸ ਹੋ ਕੇ ਇਸ ਮੁੱਦੇ ਨੂੰ ਚੱਕੇ। ਜਾਣਕਾਰੀ ਦੇਣ ਲਈ ਧੰਨਵਾਦ। ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਜਿਸ ਦੇ ਵਿੱਚ ਅਸੀਂ ਚਾਰ ਧਾਮ ਯਾਤਰਾ ਦੇ ਬਾਰੇ 'ਚ ਗੱਲ ਕੀਤੀ। ਜੋਸ਼ੀ ਮੱਠ ਮੁੱਖ ਦੁਆਰ ਹੈ ਤੇ ਲੋਕਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਮੁੱਦੇ ਦੇ ਉੱਤੇ ਅਸੀਂ ਅੱਜ ਚਰਚਾ ਕੀਤੀ। ਕੱਲ ਫੇਰ ਕਿਸੇ ਨਵੇਂ ਮੁੱਦੇ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਹੁਣ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।